ਅੱਜ ਆਪਾਂ 231 ਅੰਗ ਦੇ ਉੱਤੇ ਜਿਹੜਾ ਹੈਗਾ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਇਹ ਅਸ਼ਟਪਦੀਆਂ ਜਿਹੜੀ ਗੌੜੀ ਰਾਗ ਦੇ ਵਿੱਚ ਤੀਸਰੀ ਪਾਤਸ਼ਾਹੀ ਦੀਆਂ ਹੈਗੀਆਂ, ਉਹ ਆਪਾਂ 5ਵੀਂ ਅਸ਼ਟਪਦੀ ਲੈ ਰਹੇ ਹਾਂ ਜੀ। ਮਹਾਰਾਜ ਮਿਹਰ ਕਰਨ ਇਹ ਗਿਆਨ ਜਿਹੜਾ ਹੈਗਾ ਆਪਾਂ ਨੂੰ ਇਹਦਾ ਭੇਤ ਦੇਣ, ਕਿਉਂਕਿ ਇਹ ਜਿਹੜੇ ਗਿਆਨ ਹੈਗਾ ਇਹ ਤਾਂ ਪਹੇਲੀ ਹੈਗੀ, ਮੁੰਦਾਵਣੀ ਹੈਗੀ ਆ। ਜਿਉਂ-ਜਿਉਂ ਆਪਾਂ ਜਿਹੜੇ ਹੈਗੇ ਆ ਇਸ ਦੀ ਕਮਾਈ ਕਰਾਂਗੇ, ਜਿਉਂ-ਜਿਉਂ ਆਪਾਂ ਇਸ ਗਿਆਨ ਨੂੰ ਜਿਹੜਾ ਹੈਗਾ ਇਹਦੀ ਵਰਤੋਂ ਕਰਾਂਗੇ, ਤਿਉਂ-ਤਿਉਂ ਜਿਹੜੀ ਹੈਗੀ ਇਹ ਭੇਤ ਖੁੱਲ੍ਹਦੇ ਆ। ਅਤੇ ਪੰਜਵਾਂ ਜਿਹੜਾ ਹੈਗਾ ਆਪਾਂ ਅਸ਼ਟਪਦੀ 5ਵੀਂ ਲੈ ਰਹੇ ਹਾਂ। 8 ਅਸ਼ਟਪਦੀਆਂ ਹੈਗੀਆਂ ਤੀਸਰੀ ਪਾਤਸ਼ਾਹੀ ਦੀਆਂ। ਗੌੜੀ ਮਹੱਲਾ ਤੀਜਾ। ਬ੍ਰਹਮਾ ਵੇਦ ਪੜ੍ਹੈ ਵਾਦ ਵਖਾਣੈ। ਹੁਣ ਇੱਥੇ ਬ੍ਰਹਮਾ ਅਤੇ ਵੇਦ ਦੇ ਦੱਦੇ ਨੂੰ ਔਂਕੜ ਲੱਗੀ ਹੋਈ ਹੈ। ਜੇ ਆਪਾਂ ਦਰਸ਼ਨ ਕਰਾਂਗੇ, ਦਰਸ਼ਨ ਕਰਕੇ ਬਾਣੀ ਨੂੰ ਵਿਚਾਰਾਂਗੇ ਅਤੇ ਬਹੁਤ ਜ਼ਿਆਦਾ ਜਿਹੜਾ ਹੈਗਾ ਰਹੱਸ ਆਏਗਾ ਔਰ ਬਾਣੀ ਜਿਹੜੀ ਹੈਗੀ ਖੁੱਲ੍ਹੇਗੀ। ਬ੍ਰਹਮਾ ਵੇਦ ਪੜ੍ਹੈ ਵਾਦ ਵਖਾਣੈ, ਇਹ ਜਿਹੜਾ ਹੈਗਾ ਆਪਾਂ ਨੂੰ ਗੁਰੂ ਦੀ ਮੱਤ ਮਿਲ ਰਹੀ ਹੈ। ਗੁਰੂ ਜਿਹੜੇ ਹੈਗੇ ਆ ਤੀਸਰੀ ਪਾਤਸ਼ਾਹੀ ਜਿਹੜੀ ਹੈਗੀ, ਬ੍ਰਹਮ ਗਿਆਨੀ ਪਰਮਾਤਮਾ ਆਪ ਸਤਿਗੁਰੂ ਜਿਹੜੇ ਹੈਗੇ, ਮਾਲਕ ਬੋਲ ਰਿਹਾ ਹੈ। ਭਾਵੇਂ ਮਾਲਕ ਇਸੇ ਤਰੀਕੇ ਦੇ ਨਾਲ ਬੋਲਦਾ ਹੁੰਦਾ। ਇਹ ਮਾਲਕ ਦੇ ਬਚਨ ਹੈਗੇ ਆ। ਬ੍ਰਹਮਾ ਵੇਦ ਪੜ੍ਹੈ ਵਾਦ ਵਖਾਣੈ, ਕਹਿੰਦੇ ਬ੍ਰਹਮ ਗਿਆਨ ਅਤੇ ਬ੍ਰਹਮਾ ਦਾ ਵੇਦ। ਚਲੋ ਇਹ ਬ੍ਰਹਮਾ ਦੇ ਵੇਦ 4 ਵੇਦ ਆਏ ਸੀਗੇ, ਇਹਨਾਂ ਨੂੰ ਪੰਡਤ ਪੜ੍ਹਦੇ ਆ, ਹਿੰਦੂ ਪੜ੍ਹਦੇ ਆ, ਚਲੋ ਇੰਨਾ ਲਾ ਲਓ। ਪਰ ਇਹਦੇ ਜਿਹੜੇ ਹੈਗੇ ਚੌਥੇ ਪਦ ਦੇ ਅਰਥ ਹੈਗੇ ਭਾਈ ਗਿਆਨ, ਬ੍ਰਹਮ ਗਿਆਨ। ਬ੍ਰਹਮਾ ਵੇਦ ਪੜ੍ਹੈ ਵਾਦ ਵਖਾਣੈ, ਜਿਹੜਾ ਪੜ੍ਹਨ ਵਾਲੇ ਹੈਗੇ, ਜਿਹੜੇ ਇਸ ਤੋਂ ਗਿਆਨ ਲੈਣ ਵਾਲੇ ਹੈਗੇ, ਕੀ ਕਰਦੇ ਆ? ਇਹਨੂੰ ਪੜ੍ਹਦੇ ਆ, ਪੜ੍ਹ ਕੇ ਵਾਦ ਵਿਵਾਦ ਕਰਦੇ ਆ ਵੀ ਬਾਣੀ ਆਹ ਕਹਿੰਦੀ ਆ, ਬਾਣੀ ਆਹ ਕਹਿੰਦੀ ਆ, ਇਹਦੇ ਆਹ ਅਰਥ ਹੈਗੇ, ਇਹ ਇਸ ਤਰ੍ਹਾਂ ਹੈਗਾ, ਇੱਥੇ ਔਂਕੜ ਲੱਗੀ, ਇੱਥੇ ਸਿਆਰੀ ਹੈਗੀ। ਬਸ ਇਹਦੇ ਵਿੱਚ ਹੀ ਰਹਿ ਜਾਂਦੇ ਆ। ਚੰਗੀ ਗੱਲ ਆ, ਚੰਗੀ ਗੱਲ ਆ। ਆਪਾਂ ਉਸ ਨੂੰ ਜਿਹੜਾ ਹੈਗਾ ਵਿਵੇਕ ਦੇ ਨਾਲ ਵਿਚਾਰ ਰਹੇ, ਵਧੀਆ ਹੈ, ਇਹ ਕਰਨਾ ਹੈਗਾ, ਪਰ ਇੱਥੇ ਹੀ ਰਹਿ ਜਾਂਦੇ ਆ। ਇਹ ਬ੍ਰਹਮ ਗਿਆਨ ਨੂੰ ਜਿਹੜਾ ਹੈਗਾ ਇੱਥੇ ਤੱਕ ਹੀ ਵਰਤਦੇ ਆ, ਬਸ ਇਸੇ ਨੂੰ ਭਗਤੀ ਸਮਝਦੇ ਆ। ਕੱਲ੍ਹ ਜਿਹੜੇ ਹੈਗੇ ਨਾ, ਅਸੀਂ ਮਤਲਬ ਕੱਲ੍ਹ ਪ੍ਰੋਗਰਾਮ ਜਿਹੜਾ ਕੀਤਾ ਸੀਗਾ ਉਹ ਦੂਸਰੀ ਜਗ੍ਹਾ 'ਤੇ ਕੀਤਾ ਸੀਗਾ। ਉੱਥੇ ਜਿਹੜੇ ਹੈਗੇ ਇੱਕ ਮਾਤਾ ਜੀ ਸੀਗੇ, ਉਹ ਕਿੰਨੇ ਸਾਲਾਂ ਦੇ ਜਿਹੜੇ ਹੈਗੇ, ਬਸ ਇਹ ਬਾਣੀ ਪੜ੍ਹ ਲਈ, ਨਿਤਨੇਮ ਕਰ ਲਿਆ। ਉਹਨਾਂ ਨੂੰ ਧਿਆਨ ਸਿਮਰਨ ਦੇ ਬਾਰੇ ਗੱਲ ਕੀਤੀ, ਕਹਿੰਦੇ ਮੈਂ ਤਾਂ ਅੰਦਰ ਅੱਖਾਂ ਹੀ ਨਹੀਂ ਬੰਦ ਕਰ ਸਕਦੀ, ਮੈਂ ਨਹੀਂ ਇਹ ਕਰ ਸਕਦੀ। ਬਸ ਉਹ 70s ਦੇ ਵਿੱਚ ਹੈਗੇ ਆ ਅਤੇ ਨਹੀਂ ਇਸ ਰਸਤੇ 'ਤੇ ਆਏ ਭਾਈ, ਬਿਲਕੁਲ ਮੰਨਣ ਨੂੰ ਤਿਆਰ ਨਹੀਂ ਹੈਗੇ ਵੀ ਇਹ ਕੰਮ ਵੀ ਕਰਨਾ ਹੈ। ਬ੍ਰਹਮਾ ਵੇਦ ਪੜ੍ਹੈ ਵਾਦ ਵਖਾਣੈ, ਅੰਤਰ ਤਾਮਸ ਆਪ ਨਾ ਪਛਾਣੈ। ਕਹਿੰਦੇ ਅੰਦਰ ਤਾਮਸ ਆ, ਅੰਦਰ ਕਾਲਕ ਹੈਗੀ। ਤਾਮਸ ਹਿੰਦੀ ਦਾ ਵਰਡ ਹੈਗਾ, ਤਮ ਮਤਲਬ ਅੰਧੇਰਾ। ਕਹਿੰਦੇ ਆ ਇਹ ਤਮੋ ਮਤਲਬ ਅੰਧੇਰਾ ਵਾਲਾ ਗੁਣ ਹੈ। ਸਭ ਤੋਂ ਥੱਲਾ ਮਾਇਆ ਦਾ 3 ਗੁਣ ਹੈਗੇ। ਤਮ ਗੁਣ ਬਿਲਕੁਲ ਨੇਰੇ 'ਚ ਹੈ ਬੰਦਾ, ਕੋਈ ਪਤਾ ਨਹੀਂ ਉਹਨੂੰ। ਅੰਤਰ ਤਾਮਸ ਆਪ ਨਾ ਪਛਾਣੈ, ਆਪਣੇ ਆਪ ਨੂੰ ਨਹੀਂ ਪਛਾਣਦਾ ਇਨਸਾਨ। ਆਪਣੇ ਜਿਹੜੇ ਹੈਗੇ ਅਵਗੁਣ ਨਹੀਂ ਦੇਖਦਾ। ਮੈਂ ਕੀ ਹੈਗਾ, ਮੇਰੇ ਅੰਦਰ ਕੀ ਕਮੀਆਂ ਹੈਗੀਆਂ। ਆਪਣੇ ਆਪ ਨੂੰ ਪਛਾਣੇ ਅਤੇ ਆਪਣੇ ਅੰਦਰ ਕਮੀਆਂ ਨੂੰ ਦੂਰ ਕਰੇ। ਬ੍ਰਹਮਾ ਵੇਦ ਪੜ੍ਹੈ ਵਾਦ ਵਖਾਣੈ, ਅੰਤਰ ਤਾਮਸ ਆਪ ਨਾ ਪਛਾਣੈ। ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੈ। ਪਰਮਾਤਮਾ ਕਹਿੰਦੇ ਤਾਂ ਮਿਲਣਾ ਹੈ ਪਾਏ, ਤਾਂ ਮਾਲਕ ਨੇ ਅੰਦਰ ਪ੍ਰਗਟ ਹੋਣਾ ਹੈ ਜੇ ਗੁਰੂ ਦੇ ਸ਼ਬਦ ਨੂੰ ਵਖਾਣੇਗਾ। ਔਰ ਸ਼ਬਦ ਜਿਹੜਾ ਹੈਗਾ ਇਹ ਅੱਖਰਾਂ ਦੇ ਵਿੱਚ ਨਹੀਂ ਹੈਗਾ। ਸ਼ਬਦ 52 ਅੱਖਰ ਜੋੜੇ ਆਨ, ਸਕਿਆ ਨਾ ਅੱਖਰ ਏਕ ਪਛਾਨ।
52 ਅੱਖਰ ਜੋਰੇ ਆਨ ਸਕਿਆ ਨਾ ਅੱਖਰ ਏਕ ਪਛਾਣ ਸਤ ਕਾ ਸ਼ਬਦ ਕਬੀਰਾ ਕਹੈ ਪੰਡਤ ਹੋਏ ਸੋ ਅਨਭਉ ਰਹੈ। ਕਹਿੰਦੇ ਜਿਹੜਾ ਗਿਆਨੀ ਹੈਗਾ ਅਨੁਭਵ ਕਰ ਲਏਗਾ, ਪ੍ਰੈਕਟੀਕਲ ਕਰ ਲਏਗਾ। ਕਹਿੰਦੇ ਇਹਦੇ ਵਿੱਚ 52 ਅੱਖਰਾਂ ਦੇ ਵਿੱਚ ਗਿਆਨ ਦੇ ਦਿੱਤਾ ਮੈਂ, 52 ਤਰੀਕੇ ਦੇ ਨਾਲ ਸ਼ਬਦ ਬਣਾ ਕੇ, ਪੋਇਮ ਬਣਾ ਕੇ, ਗੀਤ ਬਣਾ ਕੇ ਮੈਂ ਇਹ 52 ਅੱਖਰਾਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਉਹ ਅੱਖਰ ਜਿਹੜਾ ਕਿ ਅੱਖਰਾਂ ਦੇ ਵਿੱਚ ਨਹੀਂ ਹੈਗਾ, ਉਹ ਸ਼ਬਦ ਜਿਹੜਾ ਹੈ ਕਿ ਅੱਖਰਾਂ ਦੇ ਵਿੱਚ ਨਹੀਂ ਹੈਗਾ। ਉਹ ਮਾਲਕ ਪਰਮਾਤਮਾ ਦਾ ਅਕਥ ਕਥਾ ਹੈ, ਕਥੀ ਨਹੀਂ ਜਾ ਸਕਦੀ। ਅਕਥ ਦਾ ਮਤਲਬ ਇੰਪੋਸੀਬਲ ਟੂ ਡਿਫਾਈਨ। ਇਹ ਰਸਤਾ ਜਿਹੜਾ ਹੈਗਾ ਅਧਿਆਤਮਿਕ ਰਸਤਾ, ਇਹਨੂੰ ਆਪਾਂ ਬੋਲ ਕੇ ਨਹੀਂ ਦੱਸ ਸਕਦੇ। ਇਹਦਾ ਪ੍ਰੈਕਟੀਕਲ ਕਰਨਾ ਹੀ ਜਿਹੜਾ ਹੈਗਾ ਉਹਦੇ ਨਾਲ ਹੀ ਪਤਾ ਲੱਗਦਾ ਹੈ ਭਾਈ। ਤਾਂ ਪ੍ਰਭ ਪਾਏ, ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣਾ ਹੈ। ਕਹਿੰਦੇ ਵੇਦ ਪੜ੍ਹਨੇ ਆ, ਵੇਦ ਵਖਾਣਨੇ ਆ, ਇਹ ਜ਼ਰੂਰੀ, ਗਿਆਨ ਲੈਣਾ ਜ਼ਰੂਰੀ ਹੈਗਾ, ਪਰ ਇਸ ਤੋਂ ਅੱਗੇ ਉਹਨੂੰ ਪ੍ਰੈਕਟੀਕਲ ਕਰਨਾ ਜ਼ਰੂਰੀ ਹੈ, ਸ਼ਬਦ ਤੱਕ ਪਹੁੰਚਣਾ ਹੈ। ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੇ, ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ। ਤੀਸਰੀ ਪਾਤਸ਼ਾਹੀ ਕਹਿ ਰਹੀ ਆ, ਕਰੋ ਲਿਖਿਆ ਹੋਇਆ ਹੈ। ਕਹਿੰਦੇ ਮੈਂ ਤਾਂ ਪਾਏ ਜੋ ਵੇਦ ਕਹਿ ਰਿਹਾ, ਜੋ ਗੁਰੂ ਕਹਿ ਰਿਹਾ, ਜੋ ਬ੍ਰਹਮ ਗਿਆਨ ਕਹਿ ਰਿਹਾ, ਮੈਂ ਤਾਂ ਉਹ ਕਾਰਵਾਈ ਕਰੂੰ, ਮੈਂ ਤਾਂ ਸ਼ਬਦ ਵਖਾਣੂਗਾ। ਕਾਲ ਫਿਰ ਨਹੀਂ ਖਾ ਸਕਦਾ, ਜਨਮ ਮਰਨ ਤੋਂ ਰਹਿਤ ਹੋ ਗਏ। ਕਾਲ ਨਹੀਂ ਤਾਂ ਆਪਾਂ ਨੂੰ ਜਿੰਨਾ ਪਾਸਟ ਆਪਣਾ ਸਾਰਾ ਕਾਲ ਖਾ ਗਿਆ, ਕਿਉਂਕਿ ਆਪਾਂ ਨੇ ਜਿਹੜਾ ਹੈਗਾ ਇਹ ਕਾਰਵਾਈ ਨਹੀਂ ਕੀਤੀ। ਪਿਛਲੀ ਉਮਰ ਆਪਣੇ ਆਪ ਉਹ ਕਟੌਤੀ ਹੋ ਗਈ ਆਪਣੀ ਜਿੰਨਾ ਸਲੋਟ ਹੈਗਾ, ਜਿੰਨੀ ਉਮਰ ਆਪਾਂ ਲੈ ਕੇ ਆਏ ਹਾਂ, ਮਨੁੱਖੀ ਜੂਨ ਜਿੰਨਾ ਹੈਗਾ, ਉਹਦੇ ਵਿੱਚੋਂ ਪਿਛਲਾ ਖਤਮ ਹੋ ਗਿਆ। ਅੱਗੇ ਜਿਹੜੀਆਂ ਹੁਣ ਬਾਲਾਂ ਜਿਹੜੀਆਂ ਆਪਣੇ ਹੈਗੀਆਂ ਆਪਣੇ ਕੋਲ, ਉਹਨਾਂ ਨੂੰ ਆਪਾਂ ਸਾਵਧਾਨੀ ਦੇ ਨਾਲ, ਜਿਹੜੇ ਤਰਕਸ਼ ਦੇ ਵਿੱਚ ਤੀਰ ਬਚੇ ਹੋਏ ਆ, ਉਹਨਾਂ ਨੂੰ ਸਾਵਧਾਨੀ ਦੇ ਨਾਲ ਚਲਾ ਲਈਏ। ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ, ਮਨ ਮੁਖ ਖਾਦੇ ਦੂਜੇ ਪਾਏ। ਰਹਾਓ ਮਨਮੁਖ ਕਹਿੰਦੇ ਖਾਦੇ ਗਏ, ਕਿਉਂ? ਕਿਉਂਕਿ ਦੂਜਾ ਪਾਓ ਹੈਗਾ, ਡੁਆਲਿਟੀ ਹੈਗੀ। ਦੂਜਾ ਮਾਇਆ ਸੰਸਾਰ ਜਿਹੜਾ ਹੈਗਾ, ਇਹ ਪਦਾਰਥ ਚੋਗਾ, ਔਰ ਆਪਣੀ ਮੱਤ ਮਨਮੁਖ, ਆਪਣੀ ਮੱਤ ਆਪਣੇ ਹਿਸਾਬ ਦੇ ਨਾਲ ਜੋ ਆਪਣੇ ਅੰਦਰ ਚੱਲ ਰਿਹਾ, ਜੋ ਆਪਣਾ ਜਿਹੜਾ ਹੈਗਾ ਬੈਂਟ ਆਫ ਮਾਈਂਡ ਜੋ ਕਹਿ ਰਿਹਾ ਆ, ਉਹੀ ਕਾਰਵਾਈ ਆਪਾਂ ਨੇ ਕਰਨੀ ਹੈ। ਇਹਨੂੰ ਕਹਿੰਦੇ ਮਨਮੁਖ। ਤੇ ਗੁਰਮੁਖ ਜਿਹੜੇ ਹੈਗੇ, ਖੱਖੇ ਦੀ ਸਿਆਰੀ ਆ, ਗੁਰਮੁਖ ਜਿਹੜੇ ਹੈਗੇ ਉਹ ਆ ਗੁਰੂ ਜੋ ਕਹਿ ਰਿਹਾ ਆ, ਜਿਹੜੇ ਇਹ ਕਾਰਵਾਈ ਕਰਦੇ ਆ, ਉਹ ਗੁਰਮੁਖ ਕਹਿਲਾਉਂਦੇ ਆ ਔਰ ਗੁਰਮੁਖ ਸਿਸਟਮ ਦੇ ਵਿੱਚ ਹੁੰਦੇ। ਮਨਮੁਖ ਖਾਦੇ ਬਹੁਤ ਸਾਰੇ ਹੈਗੇ, ਮਨਮੁਖ ਅੱਖਾਂ ਮੁਕਤਾ ਹੈਗਾ। ਮਨਮੁਖ ਖਾਦੇ ਦੂਜੇ ਪਾਏ, ਕਿਉਂ ਖਾਦੇ ਗਏ? ਕਿਉਂਕਿ ਉਹਨਾਂ ਨੂੰ ਦੂਸਰਾ ਪਾਓ ਹੈਗਾ, ਉਹਨਾਂ ਦਾ ਪਾਏ ਮਤਲਬ ਪਿਆਰ, ਡੁਆਲਿਟੀ ਦੇ ਨਾਲ। ਉਹਨਾਂ ਨੂੰ ਭਗਤੀ ਦਾ ਉਹਨਾਂ ਦੇ ਅੰਦਰ ਨਹੀਂ ਹੈਗਾ। ਰਹਾਓ ਗੁਰਮੁਖ ਪ੍ਰਾਣੀ ਅਪਰਾਧੀ ਸੀਧੇ। ਆਗੇ ਦੇਖ ਲਓ, ਉਲਟ ਮਨਮੁਖ ਦੇ ਜਿਹੜੇ ਗੁਰੂ ਦੇ ਆਖੇ ਲੱਗਦੇ ਆ, ਜਿਹੜੇ ਗੁਰੂ ਦੇ ਮੁਖ ਤੋਂ ਗਿਆਨ ਆ ਰਿਹਾ, ਉਸ ਦੇ ਅਨੁਸਾਰ ਜਿਹੜੇ ਹੈਗੇ ਉਹਦੀ ਕਮਾਈ ਕਰਦੇ ਆ, ਵੀ ਮੇਰੇ ਗੁਰੂ ਨੇ ਆ ਕਿਹਾ ਮੈਂ ਤਾਂ ਕਰਨਾ ਹੀ ਕਰਨਾ ਹੈ। ਗੁਰਮੁਖ ਪ੍ਰਾਣੀ ਅਪਰਾਧੀ ਸੀਧੇ। ਕਹਿੰਦੇ ਅਪਰਾਧੀ ਜਿਹੜੇ ਹੈਗੇ, ਉਹ ਵੀ ਜਿਹੜੇ ਹੈਗੇ ਇਹਦੇ ਨਾਲ ਜਿਹੜੇ ਹੈਗੇ ਆ, ਇਹ ਸਿੱਧੇ ਹੋ ਜਾਂਦੇ ਪਾਏ। ਅਪਰਾਧੀ ਜਿਹੜੇ ਹੈਗੇ ਅਪਰਾਧ ਛੱਡ ਦਿੰਦੇ ਆ। ਸਿੱਧੇ ਦਾ ਮਤਲਬ ਆ ਉਹ ਅਪਰਾਧ ਛੱਡ ਕੇ ਇਸ ਪਾਸੇ ਗੁਰਮੁਖ ਸਿਸਟਮ ਦੇ ਵਿੱਚ ਆ ਜਾਂਦੇ ਆ, ਔਰ ਇੱਥੇ ਜਿਹੜੇ ਹੈਗੇ ਆ ਉਹਨਾਂ ਨੂੰ ਇਸ ਚੀਜ਼ ਸਿੱਧ ਕਰ ਲੈਂਦੇ ਆ ਪਾਏ। ਆਪਣਾ ਲੇਖਾ ਵੀ ਉਹਨਾਂ ਦਾ ਖਤਮ ਹੋ ਜਾਂਦਾ ਹੈ, ਜੋ ਬੈਕਲੌਗ ਜੋ ਸਿਰ 'ਤੇ ਭਾਰ ਚੱਕਿਆ ਜਨਮਾਂ ਦਾ, ਔਰ ਜਿਹੜਾ ਹੈਗਾ ਅੱਗੇ ਜਿਹੜੇ ਹੈਗੇ ਅਪਰਾਧ ਕਰਨੋਂ ਜਿਹੜੀ ਬਿਰਤੀ ਜਿਹੜੀ ਹੈਗੀ ਉਹ ਵੀ ਹਟ ਜਾਂਦੀ ਹੈ। ਗੁਰਮੁਖ ਪ੍ਰਾਣੀ ਅਪਰਾਧੀ ਸੀਧੇ, ਗੁਰ ਕੇ ਸ਼ਬਦੇ ਅੰਤਰ ਸਹਿਜ ਰੀਧੇ। ਕਹਿੰਦੇ ਗੁਰੂ ਦੇ ਸ਼ਬਦ ਦੇ ਦੁਆਰਾ, ਇਹ ਸ਼ਬਦ ਉਹੀ ਹੈਗਾ ਭਾਈ ਜਿਹਨੂੰ ਪ੍ਰਗਟ ਕਰਨਾ ਹੈ। ਗੁਰ ਕੇ ਸ਼ਬਦੇ ਅੰਤਰ ਸਹਿਜ ਰੀਧੇ, ਅੰਦਰ ਸਹਿਜ ਅਵਸਥਾ ਆ ਜਾਏਗੀ। ਔਰ ਰੀਧੇ ਦਾ ਮਤਲਬ ਆ ਰਿੱਧੀ ਦਾ ਮਤਲਬ ਆ ਖਜ਼ਾਨਾ, ਸਭ ਤੋਂ ਕੀਮਤੀ ਧਨ।
ਨੌ ਨਿਧੀਆਂ 18 ਸਿੱਧੀਆਂ, ਨੌ ਨਿਧੀ ਗੁਰ ਕੇ ਸ਼ਬਦੇ ਅੰਤਰ ਸਹਿਜ ਰਿਦੇ। ਅੰਦਰ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਰਿੱਧੀ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਨੂੰ, ਧਨ ਮਿਲ ਜਾਂਦਾ ਹੈ ਸਭ ਤੋਂ ਕੀਮਤੀ। ਮੇਰਾ ਪ੍ਰਭ ਪਾਇਆ ਗੁਰ ਕੇ ਸ਼ਬਦੇ ਸੀਧੇ। ਕਹਿੰਦੇ ਮੇਰਾ ਪ੍ਰਭ ਪਰਮਾਤਮਾ ਮੇਰਾ ਪ੍ਰਭ ਪਾਇਆ ਗੁਰ ਕੇ ਸ਼ਬਦੇ ਸੀਧੇ। ਗੁਰੂ ਦੇ ਸ਼ਬਦ ਦੇ ਨਾਲ ਸਿੱਧੀ ਹੋ ਗਈ, ਗੁਰੂ ਦੇ ਸ਼ਬਦ ਸਿੱਧ ਹੋ ਗਿਆ, ਪ੍ਰੈਕਟੀਕਲ ਕੀਤਾ ਤੇ ਸਿੱਧ ਹੋ ਗਿਆ। ਸਤਿਗੁਰੇ ਮੇਲੇ ਪ੍ਰਭ ਆਪ ਮਿਲਾਏ। ਕਹਿੰਦੇ ਕਿਵੇਂ ਹੋਇਆ? ਕਹਿੰਦੇ ਸਤਿਗੁਰੂ ਨੇ ਮਿਲਾਇਆ। ਸਤਿਗੁਰੇ ਮੇਲੇ, ਸਤਿਗੁਰੂ ਨੇ ਮਿਲਾਇਆ ਕਿਹਦੇ ਨਾਲ? ਪਰਮਾਤਮਾ ਦੇ ਨਾਲ। ਤੇ ਸਤਿਗੁਰੂ ਨੂੰ ਕਿਹਨੇ ਮਿਲਾਇਆ? ਅਗਿਆਨ ਕਿਹਨੇ ਦਿੱਤਾ? ਪ੍ਰਭ ਆਪ ਮਿਲਾਏ। ਪਰਮਾਤਮਾ ਨੇ ਆਪ ਮਿਲਾਇਆ ਭਾਈ। ਗਿਆਨ ਮਾਲਕ ਨੇ ਦੇਣਾ, ਆਪਾਂ ਨੇ ਚੁਆਇਸ ਕਰਨੀ ਆ। ਮਾਲਕ ਨੂੰ ਸਿਰਫ ਆਪਣੀ ਚੁਆਇਸ ਚਾਹੀਦੀ, ਆਪਣਾ ਹੱਥ ਚਾਹੀਦਾ ਖੜਾ, ਬਈ ਮੈਂ ਇਸ ਰਸਤੇ ਤੇ ਆਉਣਾ ਚਾਹੁੰਦਾ ਹੈ। ਅੰਦਰੋਂ ਦਿਲੋਂ ਅੰਦਰੋਂ ਜਿਹੜੀ ਹੈਗੀ ਪੁਕਾਰ ਹੋਣੀ ਚਾਹੀਦੀ ਹਿਰਦੇ ਤੋਂ, ਵੀ ਮੈਂ ਇਸ ਰਸਤੇ ਤੇ ਆਉਣਾ ਚਾਹੁੰਦਾ ਹੈ। ਮਾਲਕ ਸੈਟਿਸਫਾਈ ਹੋ ਜਾਏ ਤੇ ਸਤਿਗੁਰੂ ਮਿਲਾ ਦੇਗਾ। ਸਾਰੀ ਕਾਰਵਾਈ ਮਾਲਕ ਨੇ ਕਰਨੀ ਹੈ, ਸਾਰਾ ਕੁਛ ਮਾਲਕ ਨੇ ਕਰਨਾ ਹੈ। ਬਸ ਮੇਰੇ ਪ੍ਰਭ ਸਾਚੇ ਕੇ ਮਨੇ ਪਾਏ। ਦੇਖ ਲਓ ਡਿਮਾਂਡ ਆਈ, ਸੱਚੇ ਦੇ ਮਨ ਨੂੰ ਭਾ ਗਏ ਭਾਈ। ਜੈਨੂਨ ਬੰਦਾ ਹੈ, ਜੈਨੂਨ ਡਿਮਾਂਡ ਹੈ ਕਿ ਭਗਤੀ ਕਰਨਾ ਚਾਹੁੰਦਾ ਹੈ। ਇਹ ਮਾਲਕ ਨੇ ਫਿਰ ਸਤਿਗੁਰੂ ਮਿਲਾ ਦੇਣਾ, ਗਿਆਨ ਮਿਲ ਜਾਣਾ। ਗਿਆਨ ਮਿਲ ਜਾਣਾ ਤੇ ਆਪਾਂ ਜਿਹੜੇ ਹੈਗੇ ਆ ਗਿਆਨ ਦੇ ਅਨੁਸਾਰ ਕਾਰਵਾਈ ਕਰਕੇ ਜਿਹੜੇ ਹੈਗੇ ਸ਼ਬਦ ਦੀ ਕਮਾਈ ਕਰਕੇ ਜਿਹੜੀ ਹੈ ਸਿੱਧ ਕਰਕੇ ਮਾਲਕ ਦੇ ਨਾਲ ਮਿਲ ਜਾਣਾ। ਲੂਪ ਹੈਗਾ ਇੰਟਰਲੂਪ। ਸਤਿਗੁਰੂ ਔਰ ਪਰਮਾਤਮਾ ਹੈ ਇੱਕੋ ਹੀ ਦੋਨੋਂ। ਜਿਹੜੀ ਬੂੰਦ ਸਾਗਰ ਦੇ ਵਿੱਚ ਗਈ ਆ ਉਹੀ ਹੈਗੀ ਭਾਈ ਸਤਿਗੁਰੂ। ਸਾਗਰ ਹੀ ਹੈ, ਸਾਗਰ ਤੇ ਉਹਦੇ ਵਿੱਚ ਕੀ ਫਰਕ ਹੈਗਾ? ਸਤਿਗੁਰੇ ਮੇਲੇ ਪ੍ਰਭ ਆਪ ਮਿਲਾਏ। ਮੇਰੇ ਪ੍ਰਭ ਸਾਚੇ ਕੈ ਮਨੇ ਪਾਏ। ਹਰ ਗੁਣ ਗਾਵੇਂ ਸਹਿਜ ਸੁਭਾਏ। ਹੁਣ ਹਰ ਗੁਣ ਗਾਵੇਂ ਲਿਖਿਆ ਹੋਇਆ, ਹਰ ਗੁਣ ਗਾਵੇਂ ਪਰਮੇਸ਼ਰ ਦੇ ਗੁਣ ਗਾਉਣੇ। ਇਹ ਧਿਆਨ ਸਿਮਰਨ ਕਰਨਾ ਜਿਹੜਾ ਸਹਿਜ ਸੁਭਾਏ ਜਿਹੜਾ ਹੈਗਾ ਪਿਆਰ ਦੇ ਨਾਲ ਜਿਹੜਾ ਹੈਗਾ ਇਹ ਕਾਰਵਾਈ ਕਰਦੇ ਆ ਭਾਈ। ਬਿਨ ਗੁਰ ਸਾਚੇ ਭਰਮ ਭੁਲਾਏ। ਬਗੈਰ ਗੁਰੂ ਦੇ, ਸੱਚੇ ਗੁਰੂ ਦੇ ਕਹਿੰਦੇ ਭਰਮਾਂ 'ਚ ਭੁੱਲੇ ਹੋਏ ਆ। ਬਸ ਭਰਮ ਮਾਇਆ ਜੋ ਦਿਖ ਰਹੀ ਹੈ, ਜੋ ਆਕਾਰ ਆਪਣਾ ਸਰੀਰ, ਜੋ ਪਦਾਰਥ, ਜੋ ਕੁਛ ਵੀ ਦਿਸ ਰਿਹਾ, ਭਰਮ ਜੋ ਹੈ, ਜੋ ਕੁਛ ਵੀ ਦਿਸ ਰਿਹਾ ਹੈ, ਜੋ ਕੁਛ ਵੀ ਰੂਪ ਰੇਖ ਰੰਗ ਜੋ ਕੁਛ ਵੀ ਨਜ਼ਰ ਆ ਰਿਹਾ ਹੈ, ਇਹ ਸਾਰਾ ਦਾ ਸਾਰਾ ਭਰਮ ਹੈਗਾ। ਇਹ ਸਾਰਾ ਦਾ ਸਾਰਾ ਭਰਮ ਹੈ, ਰੀਅਲਟੀ ਨਹੀਂ ਹੈ, ਸੱਚਾਈ ਨਹੀਂ ਹੈਗੀ। ਪਿੱਛੇ ਮਾਲਕ ਦੀ ਸ਼ਕਤੀ ਹੈ, ਸ਼ਕਤੀ ਦੇ ਨਾਲ ਪੰਜਾਂ ਤੱਤਾਂ ਦੀ ਰਚਨਾ ਹੈਗੀ ਸਾਰੀ ਦੀ ਸਾਰੀ। ਪਾਵਰ ਹੈ ਸਿਰਫ ਮਾਲਕ ਪਰਮਾਤਮਾ ਦੀ। ਇਹ ਖੇਡ ਪਾਈ ਹੋਈ ਹੈ, ਇਹ ਮਾਲਕ ਨੇ ਜਾਲ ਸੁੱਟਿਆ ਹੋਇਆ ਹੈ। ਬਿਨ ਗੁਰ ਸਾਚੇ ਭਰਮ ਭੁਲਾਏ। ਮਨ ਮੁਕੰਦੇ ਸਦਾ ਬਿਖ ਖਾਏ। ਫਿਰ ਦੇਖ ਲਓ ਭਾਈ ਹੁਣ ਫਸਦੇ ਕੌਣ ਆ? ਕਹਿੰਦੇ ਜਿਹੜੇ ਮਨਮੁਖ ਹੈਗੇ, ਮਨ ਦੇ ਪਿੱਛੇ ਚੱਲਦੇ ਆ, ਨਹੀਂ ਗੁਰੂ ਦੀ ਮੱਤ ਲੈਂਦੇ। ਅੰਨੇ ਹੈਗੇ, ਨਹੀਂ ਉਹਨਾਂ ਨੂੰ ਗਿਆਨ ਹੈਗਾ। ਅੰਧੇ ਹਨੇਰੇ ਦੇ ਵਿੱਚ ਹੈਗੇ ਆ। ਬਾਹਰਲੀਆਂ ਅੱਖਾਂ ਦੀ ਗੱਲ ਨਹੀਂ ਹੋ ਰਹੀ ਇੱਥੇ। ਮਨਮੁਖ ਅੰਧੇ ਸਦਾ ਬਿਖ ਖਾਏ। ਕਹਿੰਦੇ ਉਹ ਬਿਖ ਹਮੇਸ਼ਾ ਹੀ ਜਿਹੜਾ ਹੈਗਾ ਇਹ ਦੁਨੀਆ ਦੇ ਪਦਾਰਥ, ਇਹ ਚੋਗਾ ਸਾਰਾ ਇਹਦੇ ਵਿੱਚ ਹੀ ਰਹਿ ਜਾਂਦੇ ਆ ਭਾਈ। ਮਨਮੁਖ ਅੰਧੇ ਸਦਾ ਬਿਖ ਖਾਏ। ਜਮ ਡੰਡ ਸਹੈ ਸਦਾ ਦੁੱਖ ਪਾਏ। ਕਹਿੰਦੇ ਫਿਰ ਜਿਹੜਾ ਹੈਗਾ ਜਮ ਦੇ ਅੜਿੱਕੇ ਚੜ੍ਹ ਜਾਂਦੇ ਆ ਔਰ ਹਮੇਸ਼ਾ ਹੀ ਦੁਖੀ ਰਹਿੰਦੇ ਆ, ਦੁੱਖ ਪਾਉਂਦੇ ਆ। ਜੂਨ ਵੀ ਚਲੇ ਜਾਂਦੀ ਹੈ। ਇਹ ਜਿਹੜਾ ਸਿਖਰਲਾ ਡੰਡਾ ਜਿਹੜਾ ਹੈਗਾ ਸਰੀਰ ਮਿਲਿਆ ਹੈ ਆਪਾਂ ਨੂੰ, ਇਹ ਵੀ ਚਲੇ ਜਾਂਦਾ ਹੈ। ਜਮੂਆ ਨਾ ਜੋ ਹੈ ਹਰ ਕੀ ਸਰਣਾਈ। ਦੇਖ ਲਾ ਭਾਈ, ਜਮ ਮੂੰਹ ਨਹੀਂ ਦਿਖਾਏਗਾ। ਇਹ ਜਮ ਦੇ ਕੋਲ, ਧਰਮਰਾਜ ਦੇ ਕੋਲ ਨਹੀਂ ਜਾਣਾ ਪਏਗਾ, ਉਹਦੀ ਪੇਸ਼ੀ ਨਹੀਂ ਪਾਉਣੀ ਪਏਗੀ ਉਹਦੀ ਕਚਹਿਰੀ ਦੇ ਵਿੱਚ। ਜਮੂਆ ਨਾ ਜੋ ਹੈ ਹਰ ਕੀ ਸਰਣਾਈ। ਕਹਿੰਦੇ ਜੇ ਪਰਮੇਸ਼ਰ ਦੀ ਸ਼ਰਨ 'ਚ ਰਹੇਗਾ। ਹਉਮੈ ਮਾਰ ਸੱਚ ਲਿਵ ਲਾਈ। ਹਉਮੈ ਮਾਰ ਕੇ ਸੱਚ ਦੇ ਨਾਲ ਲਿਵ ਲੱਗਣੀ ਆ ਭਾਈ। ਇਹ ਹਉਮੈ ਕੀ ਹੈਗਾ? ਇਹ ਹਉਮੈ ਹੈਗਾ ਆਪਣਾ ਸੈਲਫ, ਆਪਣੀ ਐਗਜ਼ਿਸਟੈਂਸ। ਆਪਾਂ ਧਿਆਨ ਸਿਮਰਨ ਕਰਦੇ ਹਾਂ, ਸ਼ਬਦ ਦੀ ਕਮਾਈ ਕਰਦੇ ਹਾਂ, ਅੰਦਰ ਜਿਹੜਾ ਹੈਗਾ ਭਗਤੀ ਕਰਦੇ ਹਾਂ, ਤਾਂ ਵੀ ਜਿਹੜਾ ਹੈਗਾ ਆਪਾਂ ਕਰਦੇ ਹਾਂ।
ਆਪਾਂ ਜਿਹੜੇ ਹੈਗੇ, ਮੈਂ ਹੁਣ ਨਾਮ ਜਪ ਰਿਹਾ ਆ, ਮੈਂ ਹੁਣ ਜਿਹੜਾ ਹੈਗਾ ਆਹ ਕਰ ਰਿਹਾ, ਮੈਂ ਜਿਹੜਾ ਮੈਨੂੰ ਹੁਣ ਜਿਹੜਾ ਹੈਗਾ ਮੇਰੇ ਅੰਦਰ ਜਿਹੜਾ ਹੈਗਾ ਆਹ ਸ਼ਬਦ ਚੱਲ ਪਿਆ, ਮੈਂ ਇਸ ਤਰ੍ਹਾਂ ਬਿਲਕੁਲ ਜਿਹੜੇ ਹੈਗੇ ਆਪਾਂ ਇੱਥੇ ਮੈਂ ਕਰਦੇ ਰਹੇ। ਇਸੇ ਕਾਰਨ ਜਿਹੜਾ ਹੈਗਾ ਪ੍ਰੋਬਲਮ ਆ ਰਹੀ ਹੈ, ਕਰਤਾਪੁਣਾ। ਔਰ ਆਪਾਂ ਕਹਿੰਦੇ ਹਾਂ ਮੈਂ ਨਾਮ ਜਪ ਰਿਹਾ, ਮੈਂ ਦੇ ਨਾਲ ਫਿਰ ਪ੍ਰੈਸ਼ਰ ਬਣ ਜਾਂਦਾ ਹੈ, ਮੈਂ ਦੇ ਨਾਲ ਹੀ ਪ੍ਰੈਸ਼ਰ ਬਣਦਾ ਹੈ। ਆਪਣੀ ਹਉਮੈ ਆਪਣੇ ਆਪ ਨੂੰ ਅਲੱਗ ਕਰਨਾ ਹੈ। ਮਹਾਰਾਜ ਕਹਿੰਦੇ ਤੂੰ ਸ਼ਟ ਡਾਊਨ ਹੋ ਜਾ, ਆਪਣੇ ਆਪ ਨੂੰ ਬੰਦ ਕਰ, ਬਸ ਤੇਰੀ ਵਜ੍ਹਾ ਨਾਲ ਤਾਂ ਰੁਕਿਆ ਹੋਇਆ ਕਾਰਵਾਈ। ਆਪਾਂ ਸੋਚਦੇ ਹਾਂ ਮੈਂ ਭਗਤੀ ਕਰ ਰਿਹਾ, ਮੈਂ ਜਿਹੜਾ ਹੈਗਾ ਨਾਮ ਜਪ ਰਿਹਾ, ਉਹ ਪ੍ਰੈਸ਼ਰ ਬਿਲਟ ਹੋ ਹੀ ਜਾਏਗਾ, ਕਿਉਂਕਿ ਆਪਾਂ ਖਿੱਚ ਪੈ ਰਹੀ ਆ ਆਪਾਂ ਨੂੰ ਵੀ ਮੇਰੇ ਅੰਦਰ ਆਪਣੇ ਤੋਂ ਕੁਛ ਸ਼ਬਦ ਚੱਲ ਪਿਆ, ਜਾਂ ਕੁਛ ਜਿਹੜਾ ਹੈ ਕੁਛ ਜਿਹੜਾ ਹੈਗਾ ਆ ਜਿਹੜੀ ਤੁਹਾਡੇ ਜਿਹੜੇ ਹੈਗੇ ਪ੍ਰਾਣ ਸ਼ਕਤੀ ਜਿਹੜੀ ਹੈਗੀ ਉਹਦੇ ਜਿਹੜੇ ਹੈਗੇ ਉਹਦੀ ਲਾਈਟਸ ਜਿਹੜੀਆਂ ਉਹਦੀ ਚੱਲਣ ਲੱਗ ਗਈਆਂ ਅੰਦਰ ਜਿਹੜੇ ਹੈਗੇ। ਬਸ ਉਹਦੇ ਵਿੱਚ ਜਿਹੜੇ ਹੈਗੇ ਆਪਾਂ ਸੋਚਦੇ ਹਾਂ ਹੋਰ ਟੈਨਸ਼ਨ, ਉਹਦੇ ਨਾਲ ਟੈਨਸ਼ਨ ਵਧੀ ਜਾਣੀ ਹੈ। ਅੱਗੇ ਚੱਲਦੇ ਹਾਂ ਆਪਾਂ। ਜਮੂਆ ਨਾ ਜੋ ਹੈ ਹਰ ਕੀ ਸਰਣਾਈ, ਹਉਮੈ ਮਾਰ ਸੱਚ ਲਿਵ ਲਾਈ, ਸਦਾ ਰਹੇ ਹਰ ਨਾਮ ਲਿਵ ਲਾਈ। ਕਹਿੰਦੇ ਫਿਰ ਸਦਾ ਰਹੇ ਹਰ ਨਾਮ ਲਿਵ ਲਾਈ, ਸਦਾ ਜਿਹੜੇ ਹੈਗੇ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਲਿਵ ਲਗਾ ਕੇ ਰੱਖਦੇ ਆ। ਇੱਥੇ ਦੇਖੋ ਜੀ ਤੁਹਾਡਾ ਫੋਨ ਦਾ ਪਿਆ ਹੈ। ਜਮੂਆ ਨਾ ਜੋ ਹੈ ਹਰ ਕੀ ਸਰਣਾਈ, ਹਉਮੈ ਮਾਰ ਸੱਚ ਲਿਵ ਲਾਈ, ਸਦਾ ਰਹੇ ਹਰ ਨਾਮ ਲਿਵ ਲਾਈ। ਦੇਖ ਲਓ ਦੋ ਜਗ੍ਹਾ ਤੇ ਲਿਖਿਆ ਹੋਇਆ ਆ। ਪਹਿਲਾਂ ਲਿਖਿਆ ਹਉਮੈ ਮਾਰ ਸੱਚ ਲਿਵ ਲਾਈ, ਫਿਰ ਲਿਖਿਆ ਸਦਾ ਰਹੇ ਹਰ ਨਾਮ ਲਿਵ ਲਾਈ। ਹਮੇਸ਼ਾ ਵਾਸਤੇ ਨਾਮ ਦੇ ਨਾਲ ਲਿਵ ਲੱਗ ਜਾਏਗੀ। ਹਉਮੈ ਮਾਰ ਕੇ ਹੀ ਲਿਵ ਲੱਗਣੀ ਆ। ਮੈਂ ਭਗਤੀ ਮੈਂ ਜਿਹੜਾ ਹੈਗਾ ਕਰ ਰਿਹਾ, ਮੈਂ ਸਿਮਰਨ ਕਰ ਰਿਹਾ, ਮੈਂ ਜਿਹੜਾ ਹੈਗਾ ਮੇਰੇ ਅੰਦਰ ਜਿਹੜਾ ਹੈਗਾ ਆਹ ਹੁਣ ਮੈਨੂੰ ਅਨਹਦ ਸ਼ਬਦ ਸੁਣਨ ਲੱਗ ਗਿਆ, ਮੇਰੇ ਅੰਦਰ ਆਹ ਹੋਣ ਲੱਗ ਪਿਆ, ਬਸ ਮੈਨੂੰ ਹੁਣ ਜਿਹੜਾ ਹੈਗਾ ਮੇਰਾ ਮਨ ਟਿਕਣ ਲੱਗ ਪਿਆ, ਮੇਰਾ ਇਸ ਤਰ੍ਹਾਂ ਹੋਣ ਲੱਗ ਪਿਆ, ਬਸ ਆਹੀ ਹਉਮੈ ਹੈ। ਮਹਾਰਾਜ ਕਹਿੰਦੇ ਇਹਨੂੰ ਸ਼ਟ ਡਾਊਨ ਕਰ ਦੇ, ਆਪਣੇ ਆਪ ਨੂੰ ਕੱਢ ਲਾ ਵਿੱਚੋਂ ਬਾਹਰ, ਆਪਣੇ ਆਪ ਨੂੰ ਕੱਢ ਲਾ, ਆਪਣੀ ਕਾਰਵਾਈ ਕੱਢ ਦੇ, ਚੁੱਪ ਹੋ ਜਾ, ਬਸ ਕੁਛ ਨਾ ਕਰ, ਕੁਛ ਵੀ ਨਾ ਕਰ, ਚੁੱਪ ਹੋ ਜਾ ਬਸ। ਜਮੂਆ ਨਾ ਜੋ ਹੈ ਹਰ ਕੀ ਸਰਣਾਈ, ਹਉਮੈ ਮਾਰ ਸੱਚ ਲਿਵ ਲਾਈ। ਜੇ ਚੁੱਪ ਹੋ ਗਏ ਤੇ ਲਿਵ ਲੱਗ ਜਾਏਗੀ ਪਾਈ। ਇੱਥੇ ਹੀ ਅੜਿੱਕਾ ਹੈਗਾ, ਆਹੀ ਪ੍ਰੈਸ਼ਰ ਹੈਗਾ, ਆਹੀ ਜਿਹੜਾ ਹੈਗਾ ਪ੍ਰੋਬਲਮ ਹੈਗੀ ਆ। ਜਮੂਆ ਨਾ ਜੋ ਹੈ ਹਰ ਕੀ ਸਰਣਾਈ, ਹਉਮੈ ਮਾਰ ਸੱਚ ਲਿਵ ਲਾਈ, ਸਦਾ ਰਹੇ ਹਰ ਨਾਮ ਲਿਵ ਲਾਈ। ਹਮੇਸ਼ਾ ਵਾਸਤੇ ਲਿਵ ਲੱਗ ਜਾਏਗੀ ਭਾਈ, ਸਦਾ ਇਹੀ ਕਾਰਵਾਈ ਕਰਨੀ ਹੈ। ਸਤਿਗੁਰ ਸੇਵੇਂ ਸੇ ਜਨ ਨਿਰਮਲ ਪਵਿੱਤਾ, ਆਹੀ ਸੇਵਾ ਹੈ ਭਾਈ, ਸਤਿਗੁਰੂ ਦੇ ਆ ਕਾਰਵਾਈ ਕਰਨੀ ਜੋ ਗਿਆਨ ਕਹਿ ਰਿਹਾ ਹੈ ਭਾਈ। ਸਤਿਗੁਰ ਸੇਵੇਂ ਸੇ ਜਨ ਨਿਰਮਲ ਪਵਿੱਤਾ ਨਿਰਮਲ ਹੋ ਜਾਣਗੇ, ਪਵਿੱਤਰ ਹੋ ਜਾਣਗੇ। ਮਨ ਸਿਓ ਮਨ ਮਿਲਾਏ ਸਭ ਜਗ ਜੀਤਾ। ਮਨ ਸਿਓ ਮਨ, ਇਹ ਮਨ ਸਿਓ ਮਨ ਮਿਲਾਏ ਕੀ ਹੋਇਆ ਜੀ? ਦੇਖੋ ਮਨ ਜਿਹੜਾ ਹੈਗਾ, ਮਨ ਦੇ ਅੰਦਰ ਦੋ ਆਵਾਜ਼ਾਂ ਆਉਂਦੀਆਂ ਹੈ। ਇੱਕ ਆਤਮਾ ਦੀ ਆਵਾਜ਼ ਆਉਂਦੀ ਹੈ ਮਨ ਦੇ ਅੰਦਰ, ਇੱਕ ਜਿਹੜੀ ਹੈਗੀ ਮਨ ਜਿਹੜਾ ਹੈਗਾ ਚੰਚਲ ਹੈਗਾ, ਮਾਇਆ ਜਿਹੜੀ ਹੈਗੀ ਉਹਦੀ ਤਾਂ ਬਹੁਤ ਜ਼ਬਰਦਸਤ ਸਾਊਂਡ ਹੁੰਦੀ ਹੈ। ਆਤਮਾ ਦੀ ਤਾਂ ਬਹੁਤ ਫੀਬਲ ਆਵਾਜ਼ ਹੁੰਦੀ ਹੈ। ਬਾਕੀ ਜਿਹੜਾ ਹੈਗਾ ਮਨ ਆਪਣਾ ਪਦਾਰਥਾਂ ਦੇ ਵਿੱਚ, ਜਿਹੜਾ ਸੰਸਾਰ ਦੇ ਵਿੱਚ ਆਕਾਰ ਦੇ ਵਿੱਚ ਜਿਹੜਾ ਹੈਗਾ ਜਾਂਦਾ ਆ, ਉਹ ਮਨ ਆ ਜਿਹੜੇ ਧਿਆਨ ਸਿਮਰਨ ਦੇ ਵਿੱਚ ਵੀ ਜਿਹੜਾ ਹੈਗਾ ਨਵੀਆਂ ਅੰਦਰ ਜਿਹੜੇ ਹੈਗੇ ਫੁਰਨੇ ਚੱਲਦੇ ਆ, ਉਹ ਸਾਰੀ ਜਿਹੜੀ ਹੈਗੀ ਉਹ ਹੈਗਾ ਮਨ। ਉਹਨੂੰ ਆਪਾਂ ਨੇ ਕੀ ਕਰਨਾ ਹੈ, ਉਹਨੂੰ ਮਨ ਸਿਓ ਮਨ ਮਿਲਾਏ, ਉਹਨੂੰ ਐਸ ਮਨ ਦੇ ਨਾਲ ਮਿਲਾਉਣਾ ਹੈ ਆਪਾਂ ਨੇ, ਜਿਹੜਾ ਪਰਮਾਤਮਾ ਦੀ ਆਵਾਜ਼ ਜਿਹਦੇ ਅੰਦਰ ਆ ਰਹੀ ਹੈ, ਜਿਹੜਾ ਹਮੇਸ਼ਾ ਕਹਿੰਦਾ ਹੈ ਭਾਈ ਆਪਾਂ ਪਦਾਰਥ ਦੇ ਵੱਲ ਕਿਤੇ ਦੇਖਦੇ ਹਾਂ, ਮਨ ਦੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਨਾ ਬਈ ਇਹ ਠੀਕ ਨਹੀਂ ਹੈ ਕੰਮ, ਇਹ ਦੂਜੇ ਦੀ ਚੀਜ਼ ਹੈਗੀ, ਇਹਨੂੰ ਨਹੀਂ ਹੱਥ ਲਾਉਣਾ। ਆ ਜਿਹੜਾ ਹੈਗਾ ਬਸ ਆ ਉਹ ਮਨ, ਇਹਦੇ ਨਾਲ ਦੂਜੇ ਨੂੰ ਮਿਲਾਉਣਾ ਹੈ, ਦੂਜੇ ਮਨ ਨੂੰ ਮਿਲਾ ਦੇਣਾ ਇਹਦੇ ਨਾਲ, ਜਿਹੜਾ ਕਿ ਚੈਟਰ ਕਰ ਰਿਹਾ ਆ ਉਹਨੂੰ ਇਹਦੇ ਨਾਲ ਮਿਲਾ ਦੇਣਾ ਹੈ, ਚੈਟਰ ਵਾਲੇ ਨੂੰ। ਮਨ ਸਿਓ ਮਨ ਮਿਲਾਏ ਸਭ ਜਗ ਜੀਤਾ। ਇਸ ਤਰੀਕੇ ਦੇ ਨਾਲ ਕਹਿੰਦੇ ਮਨ ਜੀਤੇ ਜਗ ਜੀਤ, ਸਾਰਾ ਜਗ ਹੀ ਜਿੱਤਿਆ ਗਿਆ, ਖੇਡ ਜਿੱਤੀ ਗਈ। ਮਾਲਕ ਨੇ ਜਿਹੜੀ ਖੇਡ ਪਾਈ ਸੀਗੀ ਇਹ ਖੇਡ ਜਿੱਤੀ ਗਈ।
ਇਨ ਵਿਦ ਕੁਸ਼ਲ ਤੇਰੇ ਮੇਰੇ ਮੀਤਾ। ਆਇਆ ਭਾਈ ਦੇਖ ਲੈ, ਐਸ ਨਾ ਤੇਰੇ ਅੰਦਰ ਜਿਹੜਾ ਹੈਗਾ ਕੁਸ਼ਲ ਮੰਗਲ ਹੋਣਾ ਹੈ ਪਿਆਰਿਆ, ਖੁਸ਼ੀ ਖੇੜਾ ਹੋਣਾ ਹੈ। ਆਹ ਤਰੀਕਾ ਹੈਗਾ, ਆਹ ਵਿਧੀ ਹੈਗੀ, ਫੜ ਲੇਗਾ, ਤੇਰੀ ਮਰਜ਼ੀ ਆ, ਸੁਖੀ ਹੋ ਜਾਏਗਾ। ਹਉਮੈ ਨੂੰ ਮਾਰ। ਹਉਮੈ ਮਾਰਨੀ ਕੀ ਆ? ਆਪਾਂ ਜੋ ਕੁਛ ਕਰ ਰਹੇ ਹਾਂ, ਆਪਣੀ ਜਿਹੜੀ ਹੈਗੀ ਕਾਰਵਾਈ, ਆਪਣੀ ਕਾਰਵਾਈ। ਬਸ ਆਪਾਂ ਨੇ ਤਾਂ ਕਹਿੰਦੇ ਆ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਕਹਿੰਦੇ ਤੂੰ ਤਾਂ ਥਿਰ ਕਰਕੇ ਬੈਠਦਾ ਹੀ ਨਹੀਂ, ਤੂੰ ਤਾਂ ਸੋਚਦਾ ਮੈਂ ਨਾਮ ਜਪ ਰਿਹਾ, ਮੈਂ ਕਰ ਰਿਹਾ, ਮੈਂ ਇਸ ਤਰ੍ਹਾਂ ਹੋ ਰਿਹਾ। ਤੂੰ ਤਾਂ ਟਿਕਦਾ ਹੀ ਨਹੀਂ, ਤੂੰ ਤਾਂ ਛੱਡਦਾ ਹੀ ਨਹੀਂ ਆਪਣੇ ਆਪ ਨੂੰ। ਆਪਾਂ ਨੇ ਆਪਣੇ ਆਪ ਨੂੰ ਕੱਢ ਲੈਣਾ ਹੈ। ਦੇਖ ਲਓ, ਆਪਣੇ ਆਪ ਨੂੰ ਬੰਦ ਕਰ ਦੇਣਾ, ਸ਼ਟ ਕਰ ਦੇਣਾ, ਸ਼ਾਂਤ ਹੋ ਜਾਣਾ। ਇਨ ਬਿਦ ਕੁਸ਼ਲ ਤੇਰੇ ਮੇਰੇ ਮੀਠਾ। ਤੇਰਾ ਫਾਇਦਾ ਇਹਦੇ ਵਿੱਚ ਆ, ਹੇ ਮੇਰੇ ਮਿੱਤਰਾ, ਹੇ ਮੇਰੇ ਮਨਾ, ਚੁੱਪ ਹੋ ਜਾ। ਸਤਿਗੁਰੂ ਸੇਵੈ ਸੋ ਫਲ ਪਾਏ। ਕਿੰਨੀ ਜ਼ਬਰਦਸਤ ਦੇਖੋ ਸੇਧ ਹੈਗੀ ਆ, ਕਿੰਨੀ ਜ਼ਬਰਦਸਤ ਮਾਲਕ ਨੇ ਕਿਰਪਾ ਕੀਤੀ ਹੈ ਭਾਈ। ਸਤਿਗੁਰੂ ਸੇਵੈ ਸੋ ਫਲ ਪਾਏ। ਕਹਿੰਦੇ ਸਤਿਗੁਰੂ ਦੀ ਸੇਵਾ ਕਰਨੀ, ਆਹੀ ਸੇਵਾ ਹੈ ਭਾਈ। ਉਹ ਫਲ ਪ੍ਰਾਪਤ ਕਰ ਲਏਗਾ, ਉਹਨੂੰ ਫਲ ਮਿਲ ਜਾਏਗਾ, ਜੀਵਨ ਸਫਲ ਹੋ ਜਾਏਗਾ ਉਹਦਾ। ਕਿਵੇਂ? ਹਿਰਦੇ ਨਾਮ। ਕਹਿੰਦੇ ਨਾਮ ਹਿਰਦੇ 'ਚ ਆ ਜਾਏਗਾ। ਹਿਰਦੇ ਨਾਮ ਤਾਂ ਆਲਰੇਡੀ ਹੈਗਾ ਹਿਰਦੇ ਦੇ ਵਿੱਚ, ਪ੍ਰਗਟ ਕਿਉਂ ਨਹੀਂ ਹੋ ਰਿਹਾ? ਹਿਰਦੇ ਨਾਮ ਵਿੱਚੋਂ ਆਪ ਗਵਾਏ। ਲਓ, ਕਹਿੰਦੇ ਤਾਂ ਹੀ ਨਹੀਂ ਪ੍ਰਗਟ ਹੋ ਰਿਹਾ ਵਿੱਚੋਂ, ਤੂੰ ਵਿੱਚ ਛੱਡ ਹੀ ਨਹੀਂ ਰਿਹਾ। ਤੂੰ ਤਾਂ ਕਹਿ ਰਿਹਾ ਮੈਂ ਨਾਮ ਮੈਂ ਪਾਉਣਾ ਹੈ, ਮੈਂ ਆਪ ਬੱਚੇ ਵਾਂਗੂ ਲੱਗਿਆ ਹੈ, ਮੈਂ ਚਲਾਉਣੀ ਹੈ ਗੱਡੀ। ਬਾਪੂ ਕਹਿੰਦਾ ਲੈ ਬਹਿ ਜਾ, ਫਿਰ ਲੈ ਸਟੀਅਰਿੰਗ 'ਤੇ ਚਲਾ ਲਾ। ਆਪਾਂ ਤਾਂ ਵਿੱਚੋਂ ਨਿਕਲਦੇ ਹੀ ਨਹੀਂ ਆ ਨਾ। ਦੇਖੋ ਹੁਣ ਦੇਖੋ, ਬਾਰ-ਬਾਰ ਇੱਕੋ ਸ਼ਬਦ ਦੇ ਵਿੱਚ ਦੋ ਜਗ੍ਹਾ 'ਤੇ ਇੱਕੋ ਗੱਲ ਕਹਿ ਰਹੇ ਮਹਾਰਾਜ। ਇੱਥੇ ਫਿਰ ਉਹੀ ਗੱਲ ਫੜ ਲਈ ਮਹਾਰਾਜ ਨੇ। ਦੇਖੋ ਦੂਸਰੀ ਵਾਰੀ ਫਿਰ ਕਿੰਨੀ ਕੁ ਜ਼ਰੂਰੀ ਹੈਗੀ ਇਹ ਚੀਜ਼। ਟੈਨਸ਼ਨ ਕਿਵੇਂ ਆ ਜਾਏਗਾ ਭਾਈ? ਕਿਵੇਂ ਜਿਹੜਾ ਹੈਗਾ ਪ੍ਰੈਸ਼ਰ ਬਿਲਟ ਹੋ ਜਾਏਗਾ? ਜਦ ਆਪਾਂ ਵਿੱਚੋਂ ਨਿਕਲ ਗਏ ਤੇ ਉਹ ਤਾਂ ਰਿਲੀਜ਼ ਹੋ ਜਾਏਗਾ ਪ੍ਰੈਸ਼ਰ। ਉੱਥੇ ਹੀ ਜਿਹੜਾ ਹੈਗਾ ਤੁਹਾਡਾ ਇੱਕਦਮ ਜਿਹੜਾ ਹੈਗਾ ਸ਼ਾਂਤ ਚਿੱਤ ਆਨੰਦ ਉੱਥੇ ਹੀ ਹੋ ਜਾਏਗਾ ਭਾਈ। ਸਤਿਗੁਰ ਸੇਵਾ ਸੋ ਫਲ ਪਾਏ, ਹਿਰਦੇ ਨਾਮ ਵਿੱਚੋਂ ਆਪ ਗਵਾਏ। ਆਪਣੇ ਆਪ ਨੂੰ ਖਿੱਚ ਲਓ ਬਸ। ਮੈਂ ਕੁਛ ਨਹੀਂ ਹੈਗਾ, ਮੈਂ ਨਹੀਂ ਕਰ ਸਕਦਾ, ਮੈਂ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਆ, ਮਾਲਕ ਕਹਿੰਦਾ ਤੂੰ ਚੁੱਪ ਹੋ ਜਾ ਬਸ। ਤੂੰ ਆਪਣਾ ਜਿਹੜਾ ਹੈਗਾ ਜ਼ੋਰ ਲਾਉਣਾ ਬੰਦ ਕਰ। ਤੂੰ ਬੈਠ ਜਾ ਬਸ, ਟਿਕ ਕਰਕੇ ਬੈਠ ਜਾ ਬਸ। ਉਹ ਹੈਗਾ ਜਿਚਰੇ ਮਨ ਲਹਿਰੀ ਵਿੱਚ ਹਉਮੈ ਬਹੁਤ ਅਹੰਕਾਰ। ਸ਼ਬਦੇ ਸਾਧ ਨਾ ਆਵੇ, ਨਾਮ ਨਾ ਲਗੇ ਪਿਆਰ। ਲਹਿਰਾਂ ਕੀ ਆ? ਆਪਣੇ ਆਪ ਨੂੰ ਵਿੱਚੋਂ ਲੱਗਿਆ ਹੋਇਆ ਆਪ ਬਸ ਚੱਲ ਰਹੀ ਹੈ। ਮੈਂ ਕਰ ਰਿਹਾ, ਮੈਂ ਹੋ ਰਿਹਾ, ਮੈਂ ਮੇਰੇ ਉਹ ਇਹ ਲਹਿਰਾਂ ਹੈਗੀਆਂ ਭਾਈ। ਆਪਾਂ ਸੋਚਦੇ ਹਾਂ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀਆਂ ਲਹਿਰਾਂ। ਨਾ ਬਈ, ਆਹ ਲਹਿਰਾਂ ਹੈਗੀਆਂ। ਸ਼ਬਦੇ ਸਾਧ ਨਾ ਆਵਈ, ਨਾਮ ਨਾ ਲਗੇ ਪਿਆਰ। ਸੇਵਾ ਥਾਏ ਨਾ ਪਾਵੈ ਤਿਸਕੀ, ਖਪ ਖਪ ਹੋਏ ਖੁਆਰ। ਨਾਨਕ ਸੇਵਕ ਸੋਈ ਆਖੀਏ, ਜੋ ਸਿਰ ਤਰੇ ਉਤਾਰ। ਲਓ, ਕਹਿੰਦੇ ਕੱਢ ਲਓ ਵਿੱਚੋਂ ਆਪ ਗਵਾਏ। ਆ ਹੈਗਾ ਸੇਵਕ, ਆ ਹੈਗੀ ਸੇਵਾ। ਸੇਵਕ ਸੋਈ ਆਖੀਏ ਜੋ ਵਿੱਚੋਂ ਆਪ ਗਵਾਏ। ਸਤਿਗੁਰ ਕਾ ਪਾਣਾ ਮੰਨ ਲੈ, ਸ਼ਬਦ ਵਸੈ ਸ਼ਬਦ ਵਸੈ ਕਰ ਆਏ। ਇਸ ਤਰ੍ਹਾਂ ਹੈਗਾ। ਹਾਂਜੀ ਹਾਂਜੀ। ਤੇ ਇਹ ਜਿਹੜਾ ਹੈਗਾ ਹਿਰਦੇ ਨਾਮ ਵਿੱਚੋਂ ਆਪ ਗਵਾਏ। ਤਾਂ ਨਾਮ ਹਿਰਦੇ 'ਚ ਆਉਣਾ ਹੈ ਭਾਈ, ਤਾਂ ਨਾ ਸ਼ਬਦ ਵਸਣਾ ਹੈ ਅੰਦਰ। ਸਤਿਗੁਰ ਸੇਵੈ ਸੋ ਫਲ ਪਾਏ। ਆਇਆ ਸਤਿਗੁਰੂ ਦੀ ਸੇਵਾ। ਕਹਿੰਦੇ ਚੁੱਪ ਹੋ ਜਾ ਬਸ, ਆਹੀ ਸੇਵਾ ਆ, ਮੈਨੂੰ ਇਹੀ ਚਾਹੀਦੀ ਆ। 7ਵਾਂ ਬੰਦ ਹੈ ਜੀ। ਹਾਂ, 7ਵਾਂ ਬੰਦ ਹੈਗਾ। ਸਤਿਗੁਰੂ ਸੇਵੈ ਸੋ ਫਲ ਪਾਏ, ਹਿਰਦੇ ਨਾਮ ਵਿੱਚੋਂ ਆਪ ਗਵਾਏ। ਅਨਹਦ ਬਾਣੀ ਸ਼ਬਦ ਵਜਾਏ। ਲਓ ਅੱਗੇ ਆਪਣੇ ਆਪ ਕਹਿੰਦੇ ਅਨਹਦ ਬਾਣੀ ਵੱਜਣੀ ਚਾਹੀਦੀ ਹੈ, ਸ਼ਬਦ ਵੱਜਣਾ ਚਾਹੀਦਾ ਹੈ। ਬਸ ਆਪਾਂ ਆਪਣੇ ਆਪ ਨੂੰ ਵਿੱਚੋਂ ਨਹੀਂ ਗਵਾਉਂਦੇ। ਬਸ ਇੱਥੇ ਹੀ ਪ੍ਰੋਬਲਮ ਹੈਗੀ ਭਾਈ। ਆਹੀ ਜਿਹੜੀ ਹੈ ਨੁਕਤਾ, ਬਹੁਤ ਵੱਡਾ ਨੁਕਤਾ ਹੈਗਾ। ਇਹਦਾ ਪ੍ਰੈਕਟੀਕਲ ਕਰਨਾ ਹੈ ਭਾਈ। ਸਤਿਗੁਰ ਤੇ ਕਵਨ ਕਵਨ ਨਾ ਸੀਧੋ ਮੇਰੇ ਭਾਈ। ਕਹਿੰਦੇ ਦੱਸੋ
ਦੱਸੋ ਕਿਹੜਾ ਹੈਗਾ ਜਿਹੜਾ ਸਤਿਗੁਰੂ ਦੇ ਅਨੁਸਾਰ ਇਸ ਆ ਗਿਆਨ ਦੇ ਅਨੁਸਾਰ ਚੱਲ ਕੇ ਕਿਹੜਾ ਜਿਹੜਾ ਹੈਗਾ ਉਹ ਫੇਲੂਅਰ ਹੋਇਆ ਹੈ? ਇੱਕ ਵੀ ਫੇਲੂਅਰ ਹੋਇਆ ਦੱਸ ਦਿਓ, ਇੱਕ ਵੀ। ਇਹਦੇ 'ਚ ਫੇਲੂਅਰ ਹੋ ਹੀ ਨਹੀਂ ਸਕਦਾ। ਬਸ ਆਪਾਂ ਤੁਰਦੇ ਹੀ ਨਹੀਂ ਹੈਗੇ ਆ, ਆਪਾਂ ਖਾਲੀ ਗੱਲਾਂ ਕਰਦੇ ਹਾਂ, ਚੱਲਦੇ ਹੀ ਨਹੀਂ ਹੈਗੇ। ਸਤਿਗੁਰ ਤੇ ਕਵਨ ਕਵਨ ਨਾ ਸਿੱਧੋ ਮੇਰੇ ਭਾਈ, ਕਿਹੜਾ ਕਿਹੜਾ ਦੱਸੋ। ਕਹਿੰਦੇ ਮਹਾਰਾਜ ਕਿਹੜਾ ਕਿਹੜਾ ਨਹੀਂ ਸਿੱਧੀ ਪ੍ਰਾਪਤ ਕੀਤੀ, ਦੱਸੋ ਮੈਨੂੰ ਕਿਹੜਾ ਫੇਲੂਅਰ ਹੋਇਆ। ਮਹਾਰਾਜ ਕਹਿੰਦੇ ਦੱਸ, ਇੱਕ ਤਾਂ ਦੱਸ ਦੇ ਮੈਨੂੰ ਵੀ ਆਹ ਫੇਲੂਅਰ ਹੋਇਆ। ਭਗਤੀ ਸਿੱਧੇ ਦਰੇ ਸੋਭਾ ਪਾਈ, ਇਹ ਭਗਤੀ ਹੈ ਭਾਈ, ਇਹਦੇ ਨਾਲ ਸਿੱਧੀ ਪ੍ਰਾਪਤ ਕਰਨੀ ਆ। ਔਰ ਦਰ ਦੇ ਵਿੱਚ ਮਾਲਕ ਦੇ ਦਰ ਤੇ ਸੋਭਾ ਪਾ ਲੈਂਦੇ ਆ ਭਾਈ ਭਗਤੀ ਦੇ ਦੁਆਰਾ। ਆਹੀ ਭਗਤੀ ਹੈਗੀ, ਆਪਣੇ ਆਪ ਨੂੰ ਵਿੱਚੋਂ ਕੱਢ ਲੈਣਾ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਨਾਨਕ ਰਾਮ ਨਾਮ ਹੈ ਵਡਿਆਈ, ਕਹਿੰਦੇ ਰਾਮ ਦੇ ਨਾਮ ਦੇ ਦੁਆਰਾ ਜਿਹੜੀ ਹੈਗੀ ਵਡਿਆਈ ਮਿਲਣੀ ਹੈ ਭਾਈ। ਆਹੀ ਰਾਮ ਦਾ ਨਾਮ ਆਪਣੇ ਆਪ ਹੀ ਪ੍ਰਗਟ ਹੋ ਜਾਣਾ ਹੈ ਭਾਈ। ਗੌੜੀ ਮਹੱਲਾ ਤੀਜਾ। ਤ੍ਰੈ ਗੁਣ ਵਖਾਣਾ ਪਰਮ ਨਾ ਜਾਏ, ਤ੍ਰੈ ਗੁਣ ਵਖਾਣਾ ਪਰਮ ਨਾ ਜਾਏ। ਆਪਾਂ ਕੀ ਕਰਦੇ ਹਾਂ? 3 ਗੁਣਾਂ ਦੇ ਵਿੱਚ ਜਿਹੜੇ ਹੈਗੇ ਆ, ਕਹਿੰਦੇ ਦੇਖ ਲਾ ਪਿਆਰਿਆ, ਕੋਈ ਵੀ ਆਕਾਰ ਹੈਗਾ, ਰੂਪ ਰੇਖ ਰੰਗ ਜੋ ਕੁਛ ਵੀ ਹੈਗਾ, ਇਹਦੇ ਵਿੱਚ ਭਗਤੀ ਕਰ ਰਿਹਾ ਆ ਤੇ ਤੇਰਾ ਭਰਮ ਨਹੀਂ ਜਾਣਾ। ਤੂੰ ਮਾਇਆ ਦੇ ਵਿੱਚ ਹੀ ਰਹੇਗਾ, ਇਹ ਭਰਮ ਦੇ ਵਿੱਚ ਹੀ ਰਹੇਗਾ। ਇਹ ਮਾਇਆ, ਇਹ ਤਮੋ ਰਜੋ ਸਤੋ ਜਿਹੜੇ ਹੈਗੇ ਇਹਨਾਂ ਨੇ ਨਹੀਂ ਹਟਣਾ। ਔਰ ਜਿਹੜਾ ਹੈਗਾ ਤੂੰ ਉਹ ਕਾਲ ਦਾ ਜਾਲ ਤੇਰੇ ਵੱਲ ਨਹੀਂ ਨਿਕਲਣਾ ਭਾਈ, ਕਾਲ ਦੇ ਜਾਲ ਚੋਂ ਨਹੀਂ ਨਿਕਲ ਸਕਦਾ। ਤ੍ਰੈ ਗੁਣ ਵਖਾਣਾ ਭਰਮ ਨਾ ਜਾਏ। ਇਹ ਅੰਦਰ ਭਗਤੀ ਅੰਦਰ ਕਰਨੀ ਪੈਣੀ ਹੈ, ਚੌਥੇ ਗੁਣ 'ਚ ਜਾਣਾ ਪੈਣਾ ਹੈ। ਆਪਣੇ ਆਪ ਨੂੰ ਜਿਹੜਾ ਹੈਗਾ ਵਿੱਚੋਂ ਜਿਹੜਾ ਹੈਗਾ ਬਾਹਰ ਕੱਢਣਾ ਪੈਣਾ ਹੈ। ਤ੍ਰੈ ਗੁਣ ਵਖਾਣੇ ਭਰਮ ਨਾ ਜਾਏ, ਬੰਧਨ ਨਾ ਟੁੱਟੇ ਮੁਕਤ ਨਾ ਪਾਏ। ਕਹਿੰਦੇ ਨਹੀਂ ਟੁੱਟਦੇ ਬੰਧਨ ਪਾਏ, ਮੁਕਤੀ ਨਹੀਂ ਪ੍ਰਾਪਤ ਹੋ ਸਕਦੀ ਜੇ 3 ਗੁਣਾਂ ਦੇ ਵਿੱਚ ਜਿਹੜਾ ਹੈਗਾ ਆਕਾਰ ਦੇ ਵਿੱਚ ਜੁੜਿਆ ਆ ਕਿਤੇ ਤੋਂ। ਮੁਕਤ ਦਾਤਾ ਸਤਿਗੁਰ ਜੁਗ ਮਾਹੇ, ਕਹਿੰਦੇ ਮੁਕਤੀ ਦਾ ਦਾਤਾ ਪੂਰੇ ਯੁੱਗ ਦੇ ਵਿੱਚ ਸਤਿਗੁਰੂ ਹੈਗਾ ਭਾਈ। ਜਿਹੜਾ ਮਰਜੀ ਯੁੱਗ ਹੋਏ, ਸਤਿਗੁਰੂ ਹੈ ਮੁਕਤ ਦਾ ਦਾਤਾ। ਉਹ ਮਾਲਕ ਪਰਮਾਤਮਾ ਹੈ ਮੁਕਤ ਦਾ ਦਾਤਾ। ਸਤਿਗੁਰੂ ਪਰਮਾਤਮਾ ਦਾ ਰੂਪ ਹੈ, ਪਰਮਾਤਮਾ ਹੀ ਹੈਗਾ ਭਾਈ। ਬੂੰਦ ਸਾਗਰ ਦੇ ਵਿੱਚ ਸਾਗਰ ਹੈਗੀ ਉਹ, ਉਹਦੇ ਅਨੁਸਾਰ ਆਪਾਂ ਨੇ ਚੱਲਾਂਗੇ ਭਾਈ ਤਾਂ ਗੱਲ ਬਣਨੀ ਹੈ। ਮੁਕਤੀ ਦੇਣੀ ਉਹਨੇ, ਬੰਧਨ ਵੀ ਉਹਨੇ ਪਾਏ ਹੋਏ ਆ। ਮਾਲਕ ਨੇ ਬੰਧਨ ਪਾਏ ਹੋਏ ਆ, ਉਸੇ ਨੇ ਤਾਂ ਬੰਧਨ ਪਾਏ, ਉਸੇ ਨੇ ਤਾਂ ਖੋਲਣੇ ਆ, ਹੋਰ ਕਿਹਨੇ ਖੋਲ ਦੇਣੇ। ਤ੍ਰੈ ਗੁਣ ਵਖਾਣਾ ਭਰਮ ਨਾ ਜਾਏ, ਬੰਧਨ ਨਾ ਟੂਟੇ ਮੁਕਤ ਨਾ ਪਾਏ। ਮੁਕਤ ਦਾਤਾ ਸਤਿਗੁਰ ਜੁਗ ਮਾਹੇ, ਗੁਰਮੁਖੇ ਪ੍ਰਾਣੀ ਭਰਮ ਗਵਾਏ। ਗੁਰੂ ਦੇ ਦੁਆਰਾ ਹੇ ਪ੍ਰਾਣਾ ਵਾਲਿਆ, ਹੇ ਇਨਸਾਨਾ, ਮਨੁੱਖੀ ਜੂਨ ਦੇ ਵਿੱਚ ਆਏ ਆ, ਆਪਣਾ ਭਰਮ ਗਵਾਲਾ। ਆਪ ਭਰਮ ਗਵਾਲਾ ਜੋ ਦਿਖ ਰਿਹਾ ਆ ਇਹ ਸਹੀ ਨਹੀਂ ਹੈਗਾ। ਸਹਿਜ ਧੁਨ ਉਪਜੈ ਹਰ ਲਿਵ ਲਾਏ ਰਹਾਓ। ਬਸ ਤੇਰੇ ਅੰਦਰ ਸਹਿਜ ਧੁਨ ਆਪਣੇ ਆਪ ਪੈਦਾ ਹੋ ਜਾਣੀ ਹੈ ਤੇਰੇ ਅੰਦਰ। ਤੂੰ ਆਪਣੇ ਆਪ ਨੂੰ ਖਿੱਚ ਲਏਗਾ, ਸਹਿਜ ਧੁਨ ਉਪਜ ਜਾਏਗੀ, ਆਪਣੇ ਆਪ ਲਿਵ ਲੱਗ ਜਾਏਗੀ ਤੇਰੀ। ਗੁਰਮੁਖੇ ਪ੍ਰਾਣੀ ਭਰਮ ਕੀ ਹੈਗਾ ਵੀ ਆਪਾਂ ਜੇ ਸੋਚਦੇ ਹਾਂ ਵੀ ਮੈਂ ਜਿਹੜਾ ਹੈਗਾ ਕਰ ਲੂੰਗਾ, ਮੈਂ ਨਿਕਲ ਜਾਊਂਗਾ, ਮੈਂ ਭਗਤੀ ਕਰ ਲੂੰਗਾ। ਗੁਰਮੁਖ ਪ੍ਰਾਣੀ ਭਰਮ ਗਵਾਏ, ਸਹਿਜ ਧੁਨ ਉਪਜੈ ਹਰ ਲਿਵ ਲਾਏ ਰਹਾਓ। ਤ੍ਰੈ ਗੁਣ ਕਾਲੇ ਕੀ ਸਿਰਕਾਰਾ, ਕਹਿੰਦੇ ਤਿੰਨ ਗੁਣ ਜਿਹੜਾ ਹੈਗੇ 3 ਗੁਣਾਂ ਦੇ ਵਿੱਚ ਹੈਗਾ ਤੇ ਕਾਲ ਦੀ ਸਰਕਾਰ ਹੈ ਭਾਈ। ਉਹਦੇ ਕੰਟਰੋਲ 'ਚ ਹੈਗਾ, ਤੂੰ ਉਹਦੇ ਕੰਟਰੋਲ 'ਚ ਹੈ, ਉਹਦੀ ਬਈ 'ਚ ਤੇਰਾ ਨਾਂ ਲਿਖਿਆ ਹੋਇਆ। ਤ੍ਰੈ ਗੁਣ ਕਾਲੇ ਕੀ ਸਿਰਕਾਰਾ, ਨਾਮ ਨਾ ਚੇਤੇ ਉਹ ਪਾਵਨ ਹਾਰਾ। ਨਾਮ ਚੇਤੇ ਨਹੀਂ ਆ, ਉਹ ਮਾਲਕ ਪਰਮਾਤਮਾ ਜਿਹਦਾ ਨਾਮ ਹੈਗਾ ਮਾਲਕ ਪਰਮਾਤਮਾ ਦਾ, ਜਿਹਦਾ ਹੈਗਾ ਪਦਾਰਥ ਹੈਗਾ ਨਾਮ ਪਦਾਰਥ। ਚੇਤਣਾ ਹੈਗਾ, ਇਹਨੂੰ ਚੇਤੇ ਰੱਖਣਾ ਹੈ, ਬਾਰ-ਬਾਰ ਚਿੱਤ ਦੇ ਵਿੱਚ ਵਸਾਉਣਾ ਹੈ। ਨਾਮ ਨਾ ਚੇਤੇ ਉਹ ਪਾਵਨ ਹਾਰਾ, ਇਹ ਟਾਰਗੇਟ ਕਦੀ ਭੁੱਲਣਾ ਨਹੀਂ ਚਾਹੀਦਾ ਆਪਾਂ ਨੂੰ। ਮਰ ਜਾਵੇਂ ਫਿਰ ਵਾਰੋ ਵਾਰਾ, ਵਾਰ-ਵਾਰ ਫਿਰ ਜਨਮ ਮਰਨ ਦੇ ਗੇੜੇ 'ਚ ਆਈ ਜਾਂਦੇ ਆ ਭਾਈ, ਨਾਮ ਨੂੰ ਨਹੀਂ ਚੇਤਦੇ। ਅੰਧੇ ਗੁਰੂ ਤੇ ਭਰਮ ਨਾ ਜਾਈ। ਦੇਖ ਲਓ ਭਾਈ,
ਅੰਨੇ ਗੁਰੂ ਵੀ ਹੈਗੇ, ਮਹਾਰਾਜ ਕਹਿ ਰਹੇ ਭਾਈ ਦੁਨੀਆ ਦੇ ਵਿੱਚ ਬਥੇਰੇ ਬਣੇ ਬੈਠੇ ਆ, ਕਹਿੰਦੇ ਉਹਦੇ ਤੋਂ ਇਹ ਭਰਮ ਨਹੀਂ ਜਾ ਸਕਦਾ, ਉਹ ਤੈਨੂੰ ਆਪ ਹੀ ਡੁੱਬਿਆ ਪਿਆ, ਆਪ ਹੀ ਹਨੇਰੇ 'ਚ ਹੈਗਾ, ਤੈਨੂੰ ਕਿਵੇਂ ਤਾਰ ਦੂਗਾ ਭਾਈ। ਅੰਧੇ ਗੁਰੂ ਤੇ ਭਰਮ ਨਾ ਜਾਏ, ਮੂਲ ਛੋੜ ਲਾ ਕੇ ਦੂਜੇ ਪਾਏ, ਕਿਉਂਕਿ ਉਹ ਮੂਲ ਨੂੰ ਛੱਡਿਆ ਉਹਨੂੰ ਤਾਂ ਉਹ ਮੂਲ ਪਰਮਾਤਮਾ ਹੈਗਾ। ਇਹ ਮਾਇਆ ਦਾ ਪਤੀ ਵੀ ਮਾਲਕ ਹੀ ਹੈ, ਜੋ ਮਾਇਆ ਦਿਸ ਰਹੀ ਹੈ ਇਹ ਵੀ ਬ੍ਰਹਮ ਹੀ ਹੈਗਾ ਭਾਈ, ਔਰ ਅੱਗੇ ਪਾਰ ਬ੍ਰਹਮ ਵੀ ਉਹੀ ਹੈਗਾ। ਇਸ ਬ੍ਰਹਮ ਤੋਂ ਅੱਗੇ ਮੂਲ ਛੋੜ ਲਾ ਗਏ ਦੂਜੇ ਭਾਈ, ਕਿਉਂਕਿ ਉਹਨਾਂ ਦਾ ਪਿਆਰ ਦੂਸਰੇ ਦੇ ਨਾਲ ਆ। ਇਸ ਕਰਕੇ ਜਿਹੜਾ ਹੈਗਾ ਉਹ ਗੁਰੂ ਤੋਂ ਭਰਮ ਨਹੀਂ ਜਾ ਸਕਦਾ। ਬਿਖ ਕਾ ਮਾਤਾ ਬਿਖ ਮਾਹੇ ਸਮਾਈ, ਕਹਿੰਦੇ ਉਹ ਤਾਂ ਬਿਖ ਦਾ ਮੱਤਿਆ ਪਿਆ, ਬਿਖ ਦਾ, ਬਿਖ ਦੇ ਵਿੱਚ ਹੀ ਸਮਾ ਜਾਣਾ ਹੈ, ਔਰ ਤੈਨੂੰ ਵੀ ਬਿਖ ਦੇ ਵਿੱਚ ਹੀ ਲੈ ਕੇ ਜਾਣਾ ਉਹਨੇ। ਮਾਇਆ ਕਰ ਮੂਲ ਜੰਤਰ ਪਰਮਾਏ, ਕਿਹਨੇ ਪਰਮਾਏ? ਮਾਲਕ ਪਰਮਾਤਮਾ ਨੇ। ਕਿਵੇਂ ਪਰਮਾਏ? ਇਹ ਮਾਇਆ ਜੋ ਦਿਸ ਰਹੀ ਆ, ਇਹ ਜਿਹੜਾ ਹੈਗਾ ਜਿਹੜੀ ਮਾਲਕ ਨੇ ਜਿਹੜੀ ਹੈਗੀ ਬਣਾਈ ਹੋਈ ਹੈ ਜਾਦੂ ਨਗਰੀ। ਮਾਇਆ ਕਰ ਮੂਲ ਜੰਤਰ ਪਰਮਾਏ, ਹਰ ਜਿਉ ਵਿਸਰਿਆ ਦੂਜੇ ਪਾਏ। ਮਾਇਆ ਦੇ ਨਾਲ, ਆਕਾਰ ਦੇ ਨਾਲ, ਪਦਾਰਥਾਂ ਦੇ ਨਾਲ ਮਾਲਕ ਵਿਸਰ ਜਾਂਦਾ, ਇਹੀ ਦੂਜਾ ਪਾਓ ਹੈ। ਦੂਜਾ ਤਾਂ ਹੈ ਹੀ ਨਹੀਂ ਕੋਈ ਵੀ ਚੀਜ਼, ਮਾਲਕ ਪਰਮਾਤਮਾ ਦਾ ਹੀ ਖੇੜਾ ਹੈ ਸਾਰੀ ਦੀ ਸਾਰੀ। ਹਰ ਜਿਉ ਵਿਸਰਿਆ, ਆਪਾਂ ਨੂੰ ਦੂਸਰਾ ਤੀਸਰਾ ਜਿਹੜਾ ਹੈਗਾ ਸਾਰੇ ਨਜ਼ਰ ਆਉਂਦੇ ਆ। ਹਰ ਜਿਉ ਵਿਸਰਿਆ ਦੂਜਾ ਪਾਏ, ਜਿਸ ਨਦਰ ਕਰੇ ਸੋ ਪਰਮਗਤ ਪਾਏ। ਜਿਸ ਤੇ ਨਜ਼ਰ ਹੋ ਜਾਂਦੀ ਹੈ ਪਾਏ, ਜਿਹੜਾ ਆਪਣੇ ਆਪ ਨੂੰ ਗਵਾ ਦਿੰਦਾ ਹੈ ਉਹ ਸਭ ਤੋਂ ਉੱਚੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਅੰਤਰ ਸਾਚ ਬਾਹਰ ਸਾਚ ਵਰਤਾਏ, ਉਹ ਮਾਲਕ ਪਰਮਾਤਮਾ ਜਿਹੜਾ ਧਿਆਨ ਸਿਮਰਨ ਕਰਦਾ ਹੈ, ਉਹਦੇ ਦੇਖ ਲਓ ਸੁਖੈਨ ਹੀ ਜਿਹੜਾ ਹੈਗਾ ਉਹਦੇ ਅੰਦਰ ਸੱਚ, ਉਹਦੇ ਅੰਦਰ ਸੱਚ ਆ ਜਾਂਦਾ ਹੈ। ਮਾਲਕ ਪਰਮਾਤਮਾ ਅੰਦਰ ਬਾਹਰ ਵੀ ਸੱਚ ਆ, ਵਰਤਦਾ ਹੈ, ਹਰ ਜਗ੍ਹਾ ਤੇ ਮਾਲਕ ਹੀ ਨਜ਼ਰ ਆਉਂਦਾ ਉਹਨੂੰ। ਔਰ ਐਸਾ ਅਭਿਆਸੀ ਜਿਹੜਾ ਹੈਗਾ ਸਾਚ ਨਾ ਛਪੇ ਜੇ ਕੁਛ ਰੱਖੇ ਛਪਾਏ, ਕਹਿੰਦੇ ਉਹ ਛੁਪ ਨਹੀਂ ਸਕਦਾ, ਉਹ ਤਾਂ ਪ੍ਰਗਟ ਹੋਏਗਾ। ਖੁਸ਼ਬੂ ਆ ਰਹੀ ਹੈ ਉਹਦੇ ਅੰਦਰ ਤਾਂ ਉਹ ਪੋਜ਼ੀਟਿਵ ਐਨਰਜੀ ਹੈ ਉਹਦੇ ਕੋਲ, ਉਹਦੇ ਤਾਂ ਨੇੜੇ ਜਾਣ ਦੇ ਨਾਲ ਹੀ ਸ਼ਾਂਤੀ ਵਰਤਦੀ ਹੈ। ਅੰਤਰ ਸਾਚ ਬਾਹਰ ਸਾਚ ਵਰਤਾਏ, ਸਾਚ ਨਾ ਛਪਾਏ ਜੇ ਕੋ ਰੱਖੇ ਛਪਾਏ। ਗਿਆਨੀ ਬੂਝੇ ਸਹਿਜ ਸੁਭਾਏ, ਕਹਿੰਦੇ ਗਿਆਨੀ ਜਿਹੜੇ ਹੈਗੇ, ਗਿਆਨਵਾਨ ਜਿਹੜੇ ਹੈਗੇ, ਕਿਹੜੇ ਗਿਆਨੀ? ਜਿਨ੍ਹਾਂ ਨੇ ਗੁਰੂ ਦੀ ਮੱਤ ਲਈ ਹੋਈ ਹੈ, ਗੁਰੂ ਦੇ ਮੱਤ ਦੇ ਅਨੁਸਾਰ, ਗੁਰੂ ਦੀ ਕਮਾਈ ਕਰ ਰਹੇ ਇਸ ਮੱਤ ਦੇ ਅਨੁਸਾਰ, ਉਹ ਬੁੱਝ ਲੈਂਦੇ ਪਾਏ। ਸਹਿਜ ਸੁਭਾਏ ਬੁੱਝ ਲੈਂਦੇ ਆ, ਸਹਿਜ ਦੇ ਨਾਲ ਹੀ, ਪਿਆਰ ਦੇ ਨਾਲ। ਸੁਭਾਏ ਮਤਲਬ ਪਿਆਰ ਦੇ ਨਾਲ। ਗੁਰਮੁਖੇ ਸਾਚ ਰਿਹਾ ਲਿਵ ਲਾਏ, ਗੁਰੂ ਦੇ ਰਾਹੀਂ ਜਿਹੜਾ ਹੈਗਾ ਫਿਰ ਸੱਚ ਦੇ ਦੁਆਰਾ ਜਿਹੜਾ ਹੈਗਾ ਸੱਚ ਦੇ ਵਿੱਚ ਲਿਵ ਲਾ ਕੇ ਰਹਿੰਦੇ ਆ। ਉਹਨਾਂ ਦੀ ਲਿਵ ਲੱਗ ਜਾਂਦੀ ਹੈ, ਕਿਉਂਕਿ ਵਿੱਚੋਂ ਆਪ ਗਵਾ ਲੈਂਦੇ ਆ। ਹਉਮੈ ਮਾਇਆ ਸ਼ਬਦੇ ਜਲਾਏ, ਹਉਮੈ ਜਿਹੜੀ ਹੈਗੀ ਆ, ਇਹ ਮਾਇਆ ਜਿਹੜੀ ਮਾਲਕ ਨੇ ਪਾਈ ਆ, ਇਹ ਜਿਹੜੀ ਖੇਡ, ਇਹਨੂੰ ਸ਼ਬਦ ਦੇ ਦੁਆਰਾ ਸਾੜ ਦਿੰਦੇ ਹੋ। ਆਪਣੀ ਹਸਤੀ ਮੇਰਾ ਪ੍ਰਭ ਸਾਚਾ ਮੇਲ ਮਿਲਾਏ, ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਮੇਲ ਮਿਲਾ ਲੈਂਦਾ ਹੈ। ਹਉਮੈ ਮਾਇਆ ਸ਼ਬਦ ਜਲਾਏ ਦਾ ਕੀ ਮਤਲਬ ਆ? ਵਿੱਚੋਂ ਆਪ ਗਵਾਏ। ਬਹੁਤ ਬਹੁਤ ਜਿਹੜਾ ਹੈਗਾ ਕਾਰਵਾਈ ਇੱਕੋ ਹੀ ਹੈਗੀ। ਗੁਰਮੁਖੇ ਸਾਚ ਰਹਾ ਲਿਵ ਲਾਏ, ਹਉਮੈ ਮਾਇਆ ਸ਼ਬਦ ਜਲਾਏ, ਮੇਰਾ ਪ੍ਰਭ ਸਾਚਾ ਮੇਲ ਮਿਲਾਏ। ਸਤਿਗੁਰ ਦਾਤਾ ਸ਼ਬਦ ਸੁਣਾਏ, ਸਤਿਗੁਰੂ ਦਾਤਾ ਹੈਗਾ ਪਾਏ, ਇਹ ਸ਼ਬਦ ਜਿਹੜਾ ਹੈਗਾ ਅੱਖਰਾਂ ਦੇ ਵਿੱਚ ਨਹੀਂ ਹੈਗਾ, ਉਹਨੇ ਸੁਣਾਉਣਾ ਹੈਗਾ। ਤਾਵਤ ਰਾਖੇ ਠਾਕ ਰਹਾਏ, ਔਰ ਕਾਰਵਾਈ ਕੀ ਹੈਗੀ? ਕਹਿੰਦੇ ਗਿਆਨ ਇੰਦਰੀਆਂ ਦੇਖ ਲਾ ਜਿਹੜੀਆਂ ਭੱਜਦੀਆਂ ਹੈ, ਮਨ ਜਿਹੜਾ ਭੱਜਦਾ ਹੈ ਗਿਆਨ ਇੰਦਰੀਆਂ ਦੇ ਥਰੂ ਜਿਹੜਾ ਹੈਗਾ, ਫਿਰ ਤੇਰੀਆਂ ਕਰਮ ਇੰਦਰੀਆਂ ਐਕਟਿਵ ਹੋ ਜਾਂਦੀਆਂ ਅਤੇ ਬਾਹਰ ਜਿਹੜਾ ਹੈਗਾ ਇਹਨੂੰ ਤਾਵਤ ਦੌੜਦੇ ਨੂੰ ਰੱਖਣਾ ਹੈ, ਠਾਕਣਾ ਹੈ। ਉਹ ਆਉਂਦਾ ਇੱਕ ਸ਼ਬਦ ਜਿਹੜਾ ਹੈਗਾ, ਮਨ ਕਹਾਂ ਚਲੋ ਰਹੋ ਘਰੇ। ਕਿੱਧਰ ਚੱਲੇ ਆ ਭਾਈ? ਆਊਟਿੰਗ ਵਾਸਤੇ, ਟਿਕ ਜਾ। ਐਵੇਂ ਮਨ ਨੂੰ ਰੋਕਣਾ ਹੈ। ਜਿਵੇਂ ਜਿਹੜਾ ਹੈਗਾ ਬੈਠਾ ਪਿਓ ਜਿਹੜਾ ਹੈਗਾ ਕੁਛ ਕਰ ਰਿਹਾ ਕੰਮ, ਜਿਹੜਾ ਹੈਗਾ ਬੱਚਾ ਆਇਆ ਪਿੱਛੋਂ ਦੀ ਜੁੱਤੀ ਚੱਕੀ, ਔਰ ਆਰਾਮ ਨਾਲ ਹੌਲੀ 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 ਜਿਹੜਾ ਜਾ ਰਿਹਾ, ਦਰਵਾਜ਼ੇ ਤੱਕ ਪਹੁੰਚਿਆ, ਕਹਿੰਦਾ ਕਿੱਧਰ? ਉਵੇਂ ਦਾ ਰੋਕਣਾ ਹੈ ਮਨ ਨੂੰ, ਉਵੇਂ ਦਾ ਠਾਕਣਾ ਇਹਨੂੰ। ਸਤਿਗੁਰ ਦਾਤਾ ਸ਼ਬਦ ਸੁਣਾਏ, ਤਾਵਤ ਰਾਖੇ ਠਾਕ ਰਹਾਏ। ਪੂਰੇ ਗੁਰ ਤੇ ਸੋਝੀ ਪਾਏ, ਪੂਰੇ ਗੁਰੂ ਤੋਂ ਆ ਸੋਝੀ ਮਿਲਦੀ ਹੈ ਪਾਏ। ਆਇਆ ਪੂਰੇ ਗੁਰੂ ਦਾ ਗਿਆਨ।
ਕਿਉਂਕਿ ਖੇਡ ਹੈਗੀ ਆਪਾਂ ਨੇ ਜਿਹੜੇ ਹੈਗੀ ਇਹੀ ਮੈਲ ਹੈਗੀ, ਇਹੀ ਮਾਲਕ ਨੇ ਜਿਹੜਾ ਹੈਗਾ, ਇਹੀ ਰਿੰਗ 'ਚ ਆਪਾਂ ਨੇ ਫਾਈਟ ਕਰਨੀ ਆ। ਆਹੀ ਟ੍ਰੇਨਿੰਗ ਗੁਰੂ ਦੇ ਰਹੇ ਆਪਾਂ ਨੂੰ, ਆਹ ਕੋਚ ਆਪਾਂ ਨੂੰ ਟ੍ਰੇਨਿੰਗ ਦੇ ਰਹੇ, ਤੀਸਰੀ ਪਾਤਸ਼ਾਹੀ ਆਪਾਂ ਨੂੰ ਟ੍ਰੇਨ ਕਰ ਰਹੇ ਵੀ ਕਿਵੇਂ ਜਾ ਕੇ ਫਾਈਟ ਕਰਨੀ ਹੈ। ਫਾਈਟ ਆਪਾਂ ਨੂੰ ਹੀ ਕਰਨੀ ਪੈਣੀ ਹੈ। ਇਹ ਯੋਧੇ ਜਿਹੜੇ ਹੈਗੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਹਉਮੈ, ਇਹ ਰਾਗ, ਦਵੈਸ਼, ਇਹਨਾਂ ਦੇ ਨਾਲ ਕਿਵੇਂ ਲੜਨਾ ਹੈ ਆਪਾਂ ਨੇ? ਐਸੇ ਤਰੀਕੇ ਦੇ ਨਾਲ ਲੜਨਾ ਹੈ ਭਾਈ। ਆਹ ਟ੍ਰੇਨਿੰਗ ਲੈ ਕੇ ਸਤਿਗੁਰ ਦਾਤਾ ਸ਼ਬਦ ਸੁਣਾਏ, ਤਾਵਤ ਰਾਖੇ ਠਾਕ ਰਹਾਏ, ਪੂਰੇ ਗੁਰ ਤੇ ਸੋਝੀ ਪਾਏ, ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ। ਖੇਡ ਦਾ ਮਾਲਕ ਪਰਮਾਤਮਾ ਹੈਗਾ, ਕਰਤਾ ਉਹ ਹੈਗਾ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਪੈਦਾ ਕੀਤੀ ਹੈ। ਫਿਰ ਉਹਨੂੰ ਨਾਸ ਵੀ ਕਰ ਰਿਹਾ ਹੈ। ਇੱਧਰੋਂ ਆਈ ਜਾ ਰਹੇ, ਇੱਧਰੋਂ ਜਾਈ ਜਾ ਰਹੇ। ਆਪੇ ਕਰਦਾ ਸ੍ਰਿਸ਼ਟ ਸਿਰਜ ਜਿਨੇ ਗੋਈ, ਤਿਸ ਬਿੰਦੂ ਜਾਵਰ ਨਾ ਕੋਈ। ਉਸ ਤੋਂ ਬਗੈਰ ਹੋਰ ਕੋਈ ਦੂਸਰਾ ਨਹੀਂ ਹੈਗਾ। ਨਾਨਕ ਗੁਰਮੁਖ ਬੂਝੈ ਕੋਈ। ਕਹਿੰਦੇ ਪਰ ਇਹ ਖੇਡ, ਇਹ ਜਿਹੜਾ ਗਿਆਨ ਜਿਹੜਾ ਹੈਗਾ, ਇਹ ਗੁਰੂ ਦੇ ਅਨੁਸਾਰ ਕੋਈ ਜਿਹੜਾ ਹੈਗਾ, ਕੋਟਨ ਮੇ ਨਾਨਕ ਕੋ ਨਾਰਾਇਣ ਜੇ ਚੀਤ। ਕਹਿੰਦੇ ਕੋਈ ਟਾਵਾਂ ਬੁੱਝਦਾ ਹੈ ਭਾਈ, ਕੋਈ ਟਾਵਾਂ ਬੁੱਝਦਾ। ਗੌੜੀ ਮਹੱਲਾ ਤੀਜਾ। ਨਾਮ ਅਮੋਲਕ ਗੁਰਮੁਖ ਭਾਵ ਹੈ। ਨਾਮ ਤਾਂ ਅਮੋਲਕ ਹੈਗਾ ਕਹਿੰਦੇ, ਔਰ ਗੁਰੂ ਦੇ ਰਾਹੀਂ ਮਿਲਣਾ ਹੈ ਭਾਈ। ਔਰ ਕਿਵੇਂ ਮਿਲਣਾ ਹੈ? ਜੇ ਆਪਾਂ ਨੂੰ ਚੇਤੇ ਹੋਗਾ ਵੀ ਆਪਾਂ ਨੇ ਨਾਮ ਪਦਾਰਥ ਲੈਣਾ ਹੈ, ਆਪਾਂ ਨੇ ਨਾਮ ਪਦਾਰਥ ਲੈਣਾ ਹੈ, ਆਪਾਂ ਨੇ ਰਸ ਪੀਣਾ ਹੈ, ਅੰਮ੍ਰਿਤ ਰਸ ਪੀਣਾ ਹੈ, ਅਮਰ ਹੋਣਾ ਹੈ ਆਪਾਂ ਨੇ। ਜਿਹਨੂੰ ਇਹ ਚੇਤਾ ਹੈਗਾ, ਜਿਹੜਾ ਇਹ ਕਾਰਵਾਈ ਰੋਜ਼ ਕਰ ਰਿਹਾ ਹੈ, ਬਗੈਰ ਨਾਗਾ ਕਰ ਰਿਹਾ ਹੈ, ਨਿਤਨੇਮ ਹੈਗਾ ਜਿਹਦਾ, ਇਹ ਉਹਨੂੰ ਮਿਲਣਾ ਹੈ। ਨਾਮ ਅਮੋਲਕ ਕਿਵੇਂ ਕਹਿਤਾ ਜੀ? ਇੱਥੇ ਤਾਂ ਨਾਮ ਲਿਖਿਆ ਹੋਇਆ, ਤੁਸੀਂ ਅੰਮ੍ਰਿਤ ਰਸ ਕਹਿ ਰਹੇ ਹੋ। ਅੱਗੇ ਚੱਲੀਏ ਆਪਾਂ। ਨਾਮ ਅਮੋਲਕ ਗੁਰਮੁਖੇ ਪਾਵੈ, ਨਾਮੋ ਸੇਵੈ, ਨਾਮ ਸਹਿਜ ਸਮਾਵੈ। ਕਹਿੰਦੇ ਉਹ ਨਾਮ ਦੀ ਇਸੇ ਦੇ ਵਾਸਤੇ ਚੱਲਦਾ ਹੈ, ਇਹੀ ਕੰਮ ਕਰਦਾ ਹੈ, ਬਸ ਇਹੀ ਸੇਵਾ ਹੈਗੀ। ਨਾਮ ਦੇ ਵਾਸਤੇ ਜਿਹੜਾ ਹੈਗਾ, ਉਹਨੇ ਆਪਣੀ ਪ੍ਰਾਣ ਸ਼ਕਤੀ ਲਾਉਣੀ ਹੈ। ਨਾਮੇ ਸਹਿਜ ਸਮਾਵੇ, ਨਾਮ ਦੇ ਨਾਲ ਹੀ ਸਹਿਜ ਅਵਸਥਾ 'ਚ ਸਮਾ ਜਾਂਦਾ ਹੈ। ਸਹਿਜ ਅਵਸਥਾ ਕੀ ਹੈਗੀ? ਆਪਣੇ ਆਪ ਨੂੰ ਸ਼ਟ ਡਾਊਨ ਕਰ ਲਿਆ, ਚਾਬੀ ਕੱਢ ਲਈ ਗੱਡੀ ਦੀ। ਨਾਮੋ ਸੇਵੇ, ਨਾਮ ਸਹਿਜ ਸਮਾਵੇ, ਸੈਲਫ ਨਹੀਂ ਮਾਰਨੀ, ਬਸ ਆਹੀ ਹੈਗੀ ਭਾਈ। ਸੈਲਫ ਕਹਿ ਰਹੇ, ਉੱਥੇ ਵੀ ਸੈਲਫ ਕਹਿ ਲਿਖਿਆ, ਦੇਖੋ ਸੈਲਫ, ਉਹ ਵੀ ਸੈਲਫ ਹੈਗੀ, ਆ ਵੀ ਸੈਲਫ ਹੈਗੀ। ਦੋਨੋਂ ਦੇ ਦੋਨੋਂ ਸੇਮ ਬਿਲਕੁਲ ਮਿਲ ਗਏ, ਮੈਚ ਕਰ ਗਏ, ਦੇਖ ਲਓ। ਨਾਮ ਅਮੋਲਕ ਗੁਰਮੁਖ ਭਾਵੈ, ਨਾਮੋ ਸੇਵੈ, ਨਾਮ ਸਹਿਜ ਸਮਾਵੈ, ਅੰਮ੍ਰਿਤ ਨਾਮ ਰਸਨਾ ਨਿਤ ਗਾਵੈ। ਦੇਖ ਲਓ, ਨਿਤ ਆ ਗਿਆ ਹੁਣ। ਅੰਮ੍ਰਿਤ ਨਾਮ ਨੂੰ ਗਾਉਣਾ ਕੀ ਹੋਇਆ? ਅੰਮ੍ਰਿਤ ਨਾਮ ਨੂੰ ਗਾਉਣਾ ਹੋਇਆ ਭਾਈ ਯਾਦ ਕਰਨਾ, ਸਿਮਰਨਾ, ਸਮਰਨ ਕਰਨਾ, ਬਈ ਆਹ ਚੀਜ਼ ਹੈਗੀ ਭਾਈ, ਆਹ ਹੈ ਮੇਰਾ ਟਾਰਗੇਟ, ਆਹ ਹੈਗਾ, ਮੈਂ ਰਸ ਲੈਣਾ ਹੈ, ਅੰਮ੍ਰਿਤ ਰਸ ਮੈਂ ਨਾਮ ਪਾਉਣਾ ਹੈ ਅਮੋਲਕ ਗੁਰੂ ਦੇ ਰਾਹੀਂ। ਅੰਮ੍ਰਿਤ ਨਾਮ ਰਸਨਾ ਨਿਤ ਗਾਵੈ, ਬਗੈਰ ਨਾਗਾ, ਜਿਸਨੂੰ ਕਿਰਪਾ ਕਰੇ ਸੋ ਹਰ ਰਸ ਭਾਵੈ। ਆ ਲਓ ਜੀ, ਆ ਗਿਆ ਰਸ। ਉੱਪਰ ਨਾਮ ਲਿਖਤਾ, ਥੱਲੇ ਰਸ ਲਿਖਤਾ, ਹਰ ਰਸ ਲਿਖ ਦਿੱਤਾ। ਅੰਮ੍ਰਿਤ ਨਾਮ ਰਸਨਾ ਨਿਤ ਗਾਵੇ ਦਾ ਕੀ ਮਤਲਬ ਆ? ਬਈ ਉਹਦੇ ਲਈ ਨਿਤ ਜਿਹੜਾ ਆ ਬੈਠੇ ਪਾਏ, ਮਾਲਕ ਦੇ ਦਰ ਦੇ ਉੱਤੇ ਬੈਠ ਕੇ, ਚੁੱਪਚਾਪ ਬੈਠ ਕੇ, ਆਪਣਾ ਬੰਦ ਕਰ ਦੇ ਸਿਸਟਮ, ਆਪਣਾ ਬੰਦ ਕਰਕੇ ਬੈਠਾ ਰਹੇ ਉੱਤੇ। ਹਮ ਕੂਕਰ ਤੇਰੇ ਦਰਬਾਰ, ਪੌਂਕੇ ਆ ਗਏ ਬਦਨ ਪਸਾਰ। ਬਸ ਬੈਠਾ, ਆਪਾਂ ਉੱਥੇ ਬੈਠੇ ਰਹਿਣਾ ਹੈ ਬਸ। ਜਿਵੇਂ ਮਾਲਕ ਦਾ ਜਿਹੜਾ ਹੈਗਾ ਕੁੱਤਾ ਹੁੰਦਾ ਹੈ, ਉਵੇਂ ਦਰ ਤੇ ਬੈਠੇ ਰਹਿਣਾ ਹੈ। ਆਪੇ ਦੇਊਗਾ ਮਾਲਕ, ਆਪੇ ਦਊਗਾ, ਮੰਗੀ ਜਾਣਾ ਹੈ ਬਸ। ਰੋਜ਼ ਆ ਜਾਂਦੇ ਭਾਈ, ਮਾਲਕ ਦੇਖਦਾ, ਕਹਿੰਦੇ ਇਹ ਤਾਂ ਰੋਜ਼ ਹੀ ਆ ਜਾਂਦਾ ਹੈ ਭਾਈ, ਰੋਜ਼ ਹੀ ਆ ਜਾਂਦਾ ਹੈ। ਫਿਰ ਦਾਤ ਛੱਡ ਦਿੰਦਾ ਉਹ। ਜਿਸਨੂੰ ਕਿਰਪਾ ਕਰੇ, ਕਿਰਪਾ ਹੋ ਜਾਂਦੀ ਹੈ ਭਾਈ। ਕਿਰਪਾ ਕਰਕੇ ਉਹਨੇ ਦੇਣੀ ਹੈ ਮਾਲਕ ਨੇ। ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੈ। ਅੰਦਿਨ ਹਿਰਦੇ ਜਪੋ ਜਗਦੀਸਾ। ਲਓ, ਮਹਾਰਾਜ ਤੀਸਰੀ ਪਾਤਸ਼ਾਹੀ ਕਹਿ ਰਹੀ ਭਾਈ ਮੈਂ ਤਾਂ ਇਹ ਕਾਰਵਾਈ ਅੰਦਿਨ ਕਰੂੰਗਾ ਭਾਈ, ਹਿਰਦੇ ਦੇ ਵਿੱਚ ਕਰੂੰਗਾ, ਧਿਆਨ ਰੱਖੂੰਗਾ। ਹਿਰਦੇ ਦੇ ਵਿੱਚ ਧਿਆਨ ਲੱਗਣਾ ਅੱਗੇ ਹੈ, ਜਪਣਾ ਜਿਹੜਾ ਹੈਗਾ, ਜਿਹੜਾ ਪਹਿਲਾਂ ਜਪਣਾ ਹੈ ਫਿਰ ਸਿਮਰਨਾ ਹੈ। ਸਿਮਰਨ ਯਾਦ ਹੋ ਗਿਆ ਵੀ ਆਹ ਕਾਰਵਾਈ ਰੋਜ਼ ਕਰਨੀ ਹੈ।
ਅਨਦਿਨ ਹਿਰਦੈ ਜਪੋ ਜਗਦੀਸ਼ਾ। ਉਹ ਮਾਲਕ ਪਰਮਾਤਮਾ ਹੀ ਹੈਗਾ ਭਾਈ, ਹੋਰ ਕੁਛ ਨਹੀਂ, ਹੋਰ ਕੋਈ ਨਹੀਂ ਹੈਗਾ। ਗੁਰਮੁਖੇ ਪਾਵੋ ਪਰਮ ਪਦ ਸੂਖਾ ਰਹਾਓ। ਗੁਰੂ ਦੇ ਦੁਆਰਾ ਕਹਿੰਦੇ ਮੈਂ ਸਭ ਤੋਂ ਉੱਚੀ ਅਵਸਥਾ ਔਰ ਹਮੇਸ਼ਾ ਵਾਸਤੇ ਸੁਖੀ ਹੋ ਜਾਊਂਗਾ। ਰਹਾਓ ਹਿਰਦੈ ਸੁਖ ਭਇਆ ਪ੍ਰਗਾਸ। ਕਹਿੰਦੇ ਹਿਰਦੇ ਦੇ ਵਿੱਚ ਸੁਖ ਆ ਗਿਆ ਔਰ ਜੋਤ ਪ੍ਰਕਾਸ਼, ਆਤਮ ਪ੍ਰਕਾਸ਼ ਹੋ ਗਿਆ। ਸੁਰਤ ਜਿਹੜੀ ਆਤਮਾ ਦੇ ਵਿੱਚ ਚਲੀ ਗਈ। ਇਹ ਸੁਰਤ ਨੇ ਜਾਣਾ ਹੈ, ਮਨ ਦੇ ਥਰੂ ਜਾਣਾ ਹੈ ਸੁਰਤ ਨੇ। ਮਨ ਜਿਹੜਾ ਚੈਟਰਿੰਗ ਕਰ ਰਿਹਾ, ਇਹਨੇ ਚੈਟਰਿੰਗ ਬੰਦ ਕਰਨੀ ਹੈ। ਸੁਰਤ ਜਿਹੜੀ ਹੈਗੀ, ਸੁਰਤ ਦੇ ਥਰੂ ਚੈਟਰਿੰਗ ਹੋ ਰਹੀ ਹੈ। ਸੁਰਤ ਨੇ ਹੀ ਮਨ ਦੇ ਵਿੱਚੋਂ ਦੀ ਰਸਤਾ ਲੱਭਣਾ ਹੈ। ਮਨ ਦੇ ਵਿੱਚੋਂ ਹੀ ਰਸਤਾ ਜਾਂਦਾ ਹੈ ਭਾਈ ਆਤਮਾ ਨੂੰ। ਇਹ ਮਨ ਜਿਹੜਾ ਹੈਗਾ, ਮਨ ਨਾਮ ਦੀ ਚੀਜ਼ ਜਿਹੜੀ ਹੈਗੀ, ਇਹਨੇ ਬੰਦ ਹੋਣਾ ਹੈ। ਜਿਹੜਾ ਬਾਹਰ ਜਿਹੜਾ ਹੈਗਾ ਜਾ ਰਿਹਾ ਹੈ ਗਿਆਨ ਇੰਦਰੀਆਂ, ਕਰਮ ਇੰਦਰੀਆਂ ਥਰੂ, ਇਹਦੀ ਫੀਲਡ ਸਾਰੀ ਦੀ ਸਾਰੀ ਸੁੱਕ ਜਾਣੀ ਹੈ। ਅੰਦਰ ਵੜ ਗਈ ਜਦ ਸੁਰਤ ਮਨ ਦੇ। ਰਸਤਾ ਮਨ ਦੇ ਅੰਦਰੋਂ ਹੀ ਹੈਗਾ। ਮਨ ਨੂੰ ਖੋਜਣਾ ਆ। ਹਿਰਦੇ ਸੂਖ ਭਇਆ ਪ੍ਰਗਾਸ, ਗੁਰਮੁਖੇ ਗਾਵੇਂ ਸੱਚ ਗੁਣਤਾਸ। ਇਹ ਗੁਰੂ ਦੇ ਰਾਹੀਂ ਆਹੀ ਗੁਰਮੁਖ ਗਾਉਣਾ ਹੈਗਾ ਭਾਈ। ਉਹ ਮਾਲਕ ਪਰਮਾਤਮਾ ਗੁਣਾਂ ਦਾ ਖਜ਼ਾਨਾ ਜਿਹੜਾ ਹੈਗਾ, ਉਸ ਨੂੰ ਜਿਹੜਾ ਹੈਗਾ ਉਹਦਾ ਧਿਆਨ ਸਿਮਰਨ ਕਰਨਾ। ਦਾਸ ਨੇ ਦਾਸ ਨਿਤ ਹੋਵੇਂ ਦਾਸ। ਦਾਸ ਨੇ ਦਾਸ, ਕਹਿੰਦੇ ਦਾਸਾਂ ਦਾ ਦਾਸ ਬਣਨਾ ਹੈ ਔਰ ਨਿੱਤ ਬਣਨਾ ਹੈ। ਨਿੱਤ ਹੋਵੇਂ ਦਾਸ, ਨਿੱਤ ਦਾਸ ਰਹਿਣਾ ਹੈ। ਵੀ ਮੈਂ ਕੁਛ ਨਹੀਂ ਹੈਗਾ, ਮੈਂ ਕੁਛ ਨਹੀਂ ਹੈਗਾ। ਔਰ ਸੰਗਤ ਕਰਨੀ ਹੈ। ਦਾਸ ਨੇ ਦਾਸ ਦਾ ਮਤਲਬ ਆ ਸੰਗਤ ਕਰਨੀ ਹੈ। ਸੰਗਤ ਦੇ ਨਾਲ ਹੀ ਰੰਗਤ ਹੈ। ਸੰਗਤ ਦੇ ਵਿੱਚੋਂ ਹੀ ਆਪਾਂ ਜਿਹੜੇ ਹੈਗੇ ਤੁਰ ਸਕਦੇ ਹਾਂ ਭਾਈ। ਨਹੀਂ ਤਾਂ ਇਕੱਲਾ ਇਨਸਾਨ ਜਿਹੜਾ ਹੈਗਾ ਉਹ ਡਿੱਗ ਪਿਆ ਤੇ ਕਿਹੜਾ ਚੱਕਦਾ ਉਹਨੂੰ। ਸੰਗਤ ਦੇ ਵਿੱਚ ਰਿੜੇ ਜਾਵਾਂਗੇ ਭਾਈ। ਹਿਰਦੇ ਸੁਖ ਭਇਆ ਪ੍ਰਗਾਸ, ਗੁਰਮੁਖੇ ਗਾਵੇਂ ਸੱਚ ਗੁਣਤਾਸ। ਦਾਸ ਨੇ ਦਾਸ ਨਿਤ ਹੋਵੇਂ ਦਾਸ, ਗ੍ਰਹਿ ਕੁਟੰਬ ਮੇਂ ਸਦਾ ਉਦਾਸ। ਗ੍ਰਹਿ ਕੁਟੰਬ ਦੇ ਵਿੱਚ ਆਟੋਮੈਟਿਕਲੀ ਉਦਾਸ ਹੋ ਜਾਣਾ, ਉਹਨੂੰ ਇੰਟਰਸਟ ਹੀ ਨਹੀਂ ਰਹਿਣਾ। ਬਸ ਉਹ ਤਾਂ ਜਿਹੜਾ ਹੈਗਾ ਮੁੱਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਆਪਣਾ ਪ੍ਰੀਤਮ ਧਰਤਾ। ਰਹਿਣਾ ਘਰ ਦੇ ਵਿੱਚ ਹੀ ਹੈ, ਸਾਰਿਆਂ ਦੇ ਵਿੱਚ ਰਹਿਣਾ ਹੈ, ਬੋਲਣਾ ਹੈ ਸਾਰਿਆਂ ਦੇ ਨਾਲ, ਪਰ ਅੰਦਰ ਖਿੱਚ ਜਿਹੜੀ ਹੈ ਉਹ ਉੱਧਰ ਹੀ ਲੱਗੀ ਰਹਿਣੀ ਹੈ। ਜੀਵਨ ਮੁਕਤ ਗੁਰਮੁਖੇ ਕੋ ਹੋਈ। ਆਹ ਗੁਰਮੁਖ ਸਿਸਟਮ ਆ। ਇਹ ਗੁਰੂ ਦੇ ਦੁਆਰਾ ਕਹਿੰਦੇ ਆ ਜੀਵਨ ਮੁਕਤ। ਜੀਵਨ ਮੁਕਤ ਹੋ ਗਿਆ ਭਾਈ। ਜੀਵਨ ਮੁਕਤ ਗੁਰਮੁਖੇ ਕੋਈ ਟਾਵਾਂ ਹੁੰਦਾ ਹੈ ਭਾਈ। ਆਹੀ ਜੀਵਨ ਹੈਗਾ ਆਪਣੇ ਕੋਲ, ਮਨੁੱਖੀ ਸਰੀਰ ਹੈਗਾ, ਇਸ ਵਿੱਚ ਮੁਕਤੀ ਹੋਣੀ ਹੈ ਭਾਈ। ਹੋਰ ਕੋਈ ਮਰਨ ਦੇ ਬਾਅਦ ਮਰਨ ਮੁਕਤ ਕਿਨ ਭਾਈ। ਮਰਨ ਦੇ ਬਾਅਦ ਤਾਂ ਅੱਗੇ ਕਿਹੜੀ ਖਤਮ ਪੇਪਰ ਲੈ ਲਿਆ ਮਾਲਕ ਨੇ। ਜੀਵਨ ਮੁਕਤ ਗੁਰਮੁਖੇ ਕੋ ਹੋਈ, ਪਰਮ ਪਦਾਰਥ ਪਾਵੈ ਸੋਈ। ਪਰਮ ਪਦਾਰਥ ਦੇਖ ਲਓ, ਸਭ ਤੋਂ ਉੱਚਾ ਅੰਮ੍ਰਿਤ ਰਸ ਨਾਮ ਪਦਾਰਥ। ਸੋਈ ਪਰਮ ਪਦਾਰਥ ਪਾਵੈ ਸੋਈ, ਉਹੀ ਪਾਉਂਦਾ ਹੈ ਭਾਈ। ਜਿਹੜਾ ਗੁਰੂ ਦੇ ਦੁਆਰਾ ਜਿਹੜਾ ਹੈਗਾ ਕਾਰਵਾਈ ਕਰਦਾ ਹੈ। ਜਿਹੜਾ ਚੱਲ ਪਿਆ ਉਹਨੇ ਪਹੁੰਚ ਜਾਣਾ ਹੈ, ਜਿਹੜਾ ਚੱਲਿਆ ਹੀ ਨਹੀਂ ਉਹਨੇ ਕਿੱਥੋਂ ਪਹੁੰਚ ਜਾਣਾ ਹੈ ਭਾਈ। ਤ੍ਰੈ ਗੁਣ ਮੇਟੇ ਨਿਰਮਲ ਹੋਈ। ਆਹ ਤਿੰਨ ਗੁਣ ਜਿਹੜੇ ਮਿਟ ਜਾਂਦੇ। ਚੌਥੇ ਗੁਣ ਨਿਰਗੁਣ ਜਿਹੜਾ ਹੈਗਾ, ਜਿਹੜਾ ਤਿੰਨ ਗੁਣਾਂ ਤੋਂ ਉੱਪਰ ਜਿਹੜੀ ਹੈ ਉਹ ਸਟੇਜ ਪਹੁੰਚ ਜਾਂਦਾ ਹੈ। ਨਿਰਮਲ ਹੋਈ, ਨਿਰਮਲ ਹੋਣਾ। ਜਦ ਤੱਕ ਨਿਰਮਲ ਨਹੀਂ ਹੁੰਦੇ, ਜਦ ਤੱਕ ਮੈਲ ਹੈਗੀ ਆਪਣੇ, ਜਦ ਤੱਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਨਾਮ ਦੇ ਦੁਆਰਾ ਨਹੀਂ ਆਪਾਂ ਇਹਨਾਂ ਨੂੰ ਕੰਟਰੋਲ ਕਰਦੇ, ਤਦ ਤੱਕ ਤਾਂ ਭਾਈ ਗੱਲ ਨਹੀਂ ਬਣਨੀ। ਤਦ ਤੱਕ ਇਹ ਤਿੰਨ ਗੁਣ ਨਹੀਂ ਮਿਟਣੇ। ਸਹਿਜੇ ਸਾਚ ਮਿਲੈ ਪ੍ਰਭ ਸੋਈ। ਸਹਿਜ ਦੇ ਦੁਆਰਾ, ਸੱਚ ਦੇ ਦੁਆਰਾ ਉਹ ਮਾਲਕ ਪਰਮਾਤਮਾ ਨੂੰ ਮਿਲ ਲੈਂਦੇ ਆ ਭਾਈ। ਪ੍ਰਗਟ ਹੋ ਜਾਂਦਾ ਹੈ ਮਾਲਕ ਪਰਮਾਤਮਾ। ਮੋਹ ਕੁਟੰਬ ਸਿਓ ਪ੍ਰੀਤ ਨਾ ਹੋਏ। ਫਿਰ ਉਹਨਾਂ ਦੀ ਪ੍ਰੀਤ ਮੋਹ ਔਰ ਕੁਟੰਬ ਦੇ ਨਾਲ ਨਹੀਂ ਹੁੰਦੀ। ਜਾਂ ਹਿਰਦੇ ਵਸਿਆ ਸੱਚ ਸੋਏ। ਜਦ ਹਿਰਦੇ ਦੇ ਵਿੱਚ ਉਹ ਸੱਚਾ ਉਹ ਮਾਲਕ ਪਰਮਾਤਮਾ ਵਸ ਜਾਂਦਾ ਹੈ। ਗੁਰਮੁਖੇ ਮਨ ਬੇਦਿਆ ਅਸਥਿਰ ਹੋਏ। ਆਹ ਦੇਖ ਲਓ, ਗੁਰੂ ਦੇ ਰਾਹੀਂ ਮਨ ਜਿਹੜਾ ਹੈਗਾ ਬੇਦਿਆ ਗਿਆ ਗੁਰਮੁਖ ਸਿਸਟਮ ਦੇ ਦੁਆਰਾ, ਇਹ ਧਿਆਨ ਸਿਮਰਨ ਦੇ ਦੁਆਰਾ। ਸੁਰਤ ਨੇ ਮਨ ਨੂੰ ਬਿੰਨ ਲਿਆ। ਸੁਰਤ ਮਨ ਦੇ ਵਿੱਚ ਨੰਗੀ, ਮਨ ਖਤਮ ਹੋ ਗਿਆ। ਗੁਰਮੁਖੇ ਮਨ ਬੇਦਿਆ ਅਸਥਿਰ ਹੋਏ। ਅਸਥਿਰ ਹੋ ਗਿਆ ਭਾਈ। ਮਨ ਦੇ ਵਿੱਚ ਹੀ ਤਾਂ ਸਾਰੀ ਹਲਚਲ ਚੱਲ ਰਹੀ ਹੈ। ਮਨ ਹੀ ਤਾਂ ਹੈਗਾ ਜਿਹੜਾ ਹੈ ਥਿਰਕ ਰਿਹਾ ਪਾਰੇ ਵਾਂਗੂ। ਹੁਕਮ ਪਛਾਣੇ ਬੂਝੈ ਸੱਚ ਸੋਏ। ਹੁਕਮ ਆਹੀ ਹੈ ਭਾਈ, ਜਿਹੜਾ ਪਛਾਣ ਲੈਂਦਾ ਹੈ ਉਹ ਬੁੱਝ ਲੈਂਦਾ ਉਹ ਸੱਚ ਮਾਲਕ ਪਰਮਾਤਮਾ ਨੂੰ।
ਤੂੰ ਕਰਤਾ ਮੈਂ ਅਵਰ ਨਾ ਕੋਏ, ਮਾਲਕਾ ਤੂੰ ਹੀ ਕਰਤਾ ਹੈਗਾ, ਮੈਂ ਮੇਰੇ ਕੋਲ ਹੋਏ ਤੇਰੇ ਤੋਂ ਇਲਾਵਾ ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈਗਾ, ਤੇਰੇ ਤੋਂ ਇਲਾਵਾ ਤੇਰੀ ਹੈਲਪ ਤੋਂ ਇਲਾਵਾ ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈਗਾ। ਤੂੰ ਕਰਤਾ ਮੈਂ ਅਵਰ ਨਾ ਕੋਏ, ਤੁਝ ਸੇਵੀ ਤੁਝ ਤੇ ਪਤ ਹੋਏ, ਮੈਂ ਤਾਂ ਤੈਨੂੰ ਹੀ ਤੇਰੀ ਸੇਵਾ ਕਰੂੰਗਾ, ਮੈਂ ਤੇਰੇ ਤੋਂ ਹੀ ਮੇਰੀ ਪਤ ਹੋਣੀ ਆ, ਤੇਰੇ ਤੋਂ ਹੀ ਮੈਂ ਜਿਹੜਾ ਹੈਗਾ ਤੂੰ ਹੀ ਕਰਨ ਵਾਲਾ ਹੈਗਾ। ਕਿਰਪਾ ਕਰੇ ਗਾਵਾਂ ਪ੍ਰਭ ਸੋਏ, ਕਿਰਪਾ ਕਰੇ ਤੇ ਮਾਲਕਾ ਮੈਂ ਤੈਨੂੰ ਯਾਦ ਕਰਦਾ ਰਵਾਂ, ਕਿਰਪਾ ਕਰੇ ਤੇ ਮਾਲਕਾ ਮੇਰਾ ਧਿਆਨ ਲੱਗਿਆ ਰਹੇ, ਕਿਰਪਾ ਕਰੇ ਤੇ ਤੈਨੂੰ ਜਪਦਾ ਰਵਾਂ, ਕਿਰਪਾ ਕਰੇ ਗਾਵਾਂ ਪ੍ਰਭ ਸੋਏ, ਨਾਮ ਰਤਨ ਸਭ ਜਗ ਮੈਂ ਲੋਏ। ਨਾਮ ਰਤਨ कहते ਸਾਰੇ ਸੰਸਾਰ 'ਚ ਲੋ ਹੈ ਪਾਏ, ਆਇਆ ਆਤਮ ਪ੍ਰਕਾਸ਼, ਇਹ ਨਾਮ ਪਦਾਰਥ ਅੰਮ੍ਰਿਤ ਰਸ। ਗੁਰਮੁਖੇ ਬਾਣੀ ਮੀਠੀ ਲਾਗੀ, ਗੁਰੂ ਦੇ ਰਾਹੀਂ ਅੰਦਰ ਜਿਹੜਾ ਅੰਮ੍ਰਿਤ ਆ ਜਾਂਦਾ ਹੈ ਪਾਏ। ਆਹ ਬਾਣੀ ਜਿਹੜੀ ਹੈਗੀ ਇਹ ਜੋ ਅਨਹਦ ਬਾਣੀ ਜੋ ਗੁਪਤ ਹੈ, ਜਿਹੜੀ ਅੱਖਰਾਂ ਦੇ ਵਿੱਚ ਨਹੀਂ ਆਉਂਦੀ, ਉਹਦੇ ਅੰਦਰੋਂ ਮਿਠਾਸ ਪੈਦਾ ਹੋ ਜਾਂਦੀ ਹੈ। ਕਦੋਂ ਹੋ ਜਾਂਦੀ ਹੈ? ਅੰਦਰ ਝਰਨਾ ਫੁੱਟ ਜਾਂਦਾ ਹੈ। ਕਦੋਂ ਫੁੱਟਦਾ ਹੈ? ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੱਥਰ ਜਿਹੜੇ ਹੈਗੇ ਪਾਸੇ ਹੋ ਜਾਂਦੇ ਆ। ਇਹਨਾਂ ਨੇ ਰੋਕ ਕੇ ਰੱਖਿਆ ਹੋਇਆ ਝਰਨਾ। ਗੁਰਮੁਖੇ ਬਾਣੀ ਮੀਠੀ ਲਾਗੀ, ਅੰਤਰ ਬਿਗਸੈ ਅਨ ਦਿਨ ਲਿਵ ਲਾਗੀ। ਅੰਦਰ ਵਿਗਾਸ ਹੋ ਜਾਂਦਾ ਹੈ, ਲਿਵ ਲੱਗ ਜਾਂਦੀ ਹੈ, ਅਨ ਦਿਨ ਲਿਵ ਲੱਗ ਜਾਂਦੀ ਹੈ। ਅਨ ਦਿਨ ਲਿਵ ਲਾਉਣੀ ਆਪਾਂ ਨੇ ਭਾਈ। ਅੰਤਰ ਬਿਗਸੈ ਅਨ ਦਿਨ ਲਿਵ ਲਾਗੀ, ਸਹਿਜੇ ਸੱਚ ਮਿਲਿਆ ਪ੍ਰਸਾਦੀ। ਸਹਿਜੇ ਹੀ ਸੱਚ ਜਿਹੜਾ ਹੈਗਾ ਮਿਲ ਜਾਂਦਾ ਹੈ। ਇਹ ਪ੍ਰਸਾਦ ਹੈ ਭਾਈ ਗੁਰੂ ਦਾ। ਸਹਿਜੇ ਸੱਚ ਮਿਲਿਆ ਪ੍ਰਸਾਦੀ, ਗੁਰ ਪ੍ਰਸਾਦੀ ਲਿਖਿਆ ਹੈ। ਪੋਇਟਰੀ ਹੈ, ਜਗ੍ਹਾ ਨਹੀਂ ਹੈ। ਵਜਨ ਤੋਲ ਘਟਦਾ ਹੈ, ਪ੍ਰਸਾਦੀ ਲਿਖਤਾ। ਸਤਿਗੁਰ ਪਾਇਆ ਪੂਰੇ ਵਡ ਭਾਗੀ। ਕਿਹਨੂੰ ਮਿਲਿਆ? ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਨੂੰ ਪਾ ਲਿਆ। ਸਤਿਗੁਰੂ ਨੂੰ ਪਾਉਣਾ ਕੀ ਹੈਗਾ? ਜੋ ਇਹ ਗਿਆਨ ਕਹਿ ਰਿਹਾ ਉਹਦੇ ਅਨੁਸਾਰ ਚੱਲਣਾ। ਸਤਿਗੁਰੂ ਪਾਇਆ ਪੂਰੇ ਵਡ ਭਾਗੀ, ਪੂਰੇ ਵੱਡੇ ਭਾਗਾਂ ਵਾਲੇ ਹੈਗੇ ਭਾਈ। ਇਹੀ ਹੁਕਮ ਹੈਗਾ, ਇਹਦੇ ਵਾਸਤੇ ਹੀ ਆਪਾਂ ਆਏ ਹਾਂ। ਆਹੀ ਜਿਹੜਾ ਹੈਗਾ ਇਹੀ ਧਰਮ ਹੈਗਾ ਆਪਣਾ। ਮਨੁੱਖ ਸਰੀਰ ਪਾਇਆ ਹੈ, ਆਹੀ ਕਾਰਵਾਈ ਕਰਨੀ ਹੈ। ਹਉਮੈ ਮਮਤਾ ਦੁਰਮਤਿ ਦੁੱਖ ਨਾਸ। ਕਹਿੰਦੇ ਦੇਖ ਲਓ, ਹਉਮੈ ਵੀ ਚਲੇ ਜਾਏਗੀ, ਮਮਤਾ ਵੀ ਚਲੇ ਜਾਏਗੀ। ਆ ਮੇਰਾ ਘਰ ਵਾਲੇ, ਆ ਮੇਰੇ ਬੱਚੇ, ਆ ਮੇਰਾ ਘਰ, ਆ ਮੇਰਾ ਫਲਾਨਾ, ਮੇਰੀ ਕਾਰ, ਮੇਰਾ ਦੁਰਮਤ ਭੈੜੀ ਮਤ ਵੀ ਆਪਣੇ ਆਪ ਨੂੰ ਸੁਪੀਰੀਅਰ ਸਮਝਣਾ, ਦੂਜੇ ਨੂੰ ਮਾੜਾ ਸਮਝਣਾ, ਔਰ ਦੂਜੇ ਨੂੰ ਜਿਹੜਾ ਹੈਗਾ ਦੂਜੇ ਨੂੰ ਚੂਸਣਾ, ਦੂਸਰੇ ਤੇ ਜਿਹੜਾ ਹੈਗਾ ਦੂਸਰੇ ਤੋਂ ਖਿੱਚਣਾ, ਧੋਖਾ ਦੇਣਾ, ਟਰੈਪ ਕਰਨਾ ਦੂਸਰੇ ਨੂੰ। ਹਉਮੈ ਮਮਤਾ ਦੁਰਮਤ ਦੁਰਮਤ ਦੁੱਖ ਨਾਸ। ਦੁੱਖ ਵੀ ਕਹਿੰਦੇ ਇਹੀ ਦੁੱਖ ਹੈ, ਕਹਿੰਦੇ ਨਾਸ ਹੋ ਜਾਂਦੇ। ਕਦੋਂ? ਕਿਵੇਂ? ਜਬ ਹਿਰਦੇ ਰਾਮ ਨਾਮ ਗੁਣਤਾਸ। ਜਦ ਹਿਰਦੇ ਦੇ ਵਿੱਚ ਪਰਮੇਸ਼ਰ ਦਾ, ਰਾਮ ਦਾ ਨਾਮ, ਗੁਣਾਂ ਦਾ ਖਜ਼ਾਨਾ ਆ ਜਾਂਦਾ ਹੈ ਭਾਈ। ਗੁਰਮੁਖੇ ਬੁੱਧ ਪ੍ਰਗਟੀ ਪ੍ਰਭ ਜਾਸ। ਆਇਆ ਭਾਈ ਗੁਰੂ ਦੇ ਰਾਹੀਂ ਵਿਵੇਕ ਬੁੱਧ ਪ੍ਰਗਟ ਹੋ ਜਾਂਦੀ ਹੈ। ਪਰਮਾਤਮਾ ਦਾ ਜਸ, ਪ੍ਰਭ ਜਾਸ। ਆਹੀ ਪਰਮਾਤਮਾ ਦਾ ਜਾਸ ਜਿਤ ਕੋਲ ਹੈਗੀ ਭਾਈ, ਵਿਵੇਕ ਬੁੱਧ ਪ੍ਰਗਟ ਹੋ ਗਈ, ਗੁਰੂ ਦੀ ਮੱਤ ਆ ਗਈ ਉਹਦੇ ਅੰਦਰ। ਜਬ ਹਿਰਦੇ ਰਵਿਆ ਚਰਨ ਨਿਵਾਸ। ਹਿਰਦੇ ਦੇ ਵਿੱਚ ਉਹ ਮਾਲਕ ਪਰਮਾਤਮਾ ਦੇ ਚਰਨ ਸਥਾਪਿਤ ਹੋ ਜਾਂਦੇ, ਸ਼ਬਦ ਸਥਾਪਿਤ ਹੋ ਜਾਂਦਾ ਹੈ। ਜੇ ਚਰਨ ਆ ਗਏ ਤੇ ਮਾਲਕ ਨੇ ਆ ਜਾਣਾ ਹੈ, ਪ੍ਰਗਟ ਹੋ ਜਾਣਾ ਹੈ। ਜਿਸ ਨਾਮ ਦੇ ਸੋਈ ਜਨ ਪਾਏ। ਦਾਤ ਮਾਲਕ ਦੀ ਆ, ਦੇਣੀ ਗੁਰੂ ਦੇ ਦੁਆਰਾ ਆ। ਦੇਣੀ ਉਹਨੂੰ ਆ ਜਿਹੜਾ ਆਪਣੇ ਆਪ ਨੂੰ ਛੱਟ ਕਰ ਲੈਂਦਾ ਹੈ, ਜਿਹੜਾ ਥਿਰ ਕਰਕੇ ਬੈਠਦਾ ਹੈ ਮਾਲਕ ਦੇ ਦਰ ਦੇ ਉੱਤੇ। ਦਰ ਮੰਨਦੇ ਠਾਡੇ ਦਰਬਾਰ ਦਰ ਮੰਨਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ। ਨਹੀਂ ਦਰ ਮੰਨਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ। ਮੇਰੀ ਦਰਸ਼ਨ ਦੀਜੇ ਖੋਲ ਕਿਵਾੜ। ਬਸ ਬੈਠਣਾ ਹੈ ਭਾਈ। ਦਰ ਮੰਨਦੇ ਆ, ਬੰਦੇ ਆ, ਦਰ ਖੁੱਲ ਜਾਣਗੇ। ਬਸ ਆਪਾਂ ਬੈਠਣਾ ਹੈ, ਪੁਕਾਰ ਕਰਨੀ। ਮਾਲਕ ਮੰਗਤਾ ਆ ਗਿਆ ਤੇ ਅੰਦਰ ਪਤਾ ਲੱਗ ਜਾਂਦਾ ਮਾਲਕ ਨੂੰ ਵੀ ਆ ਕੇ ਬੈਠ ਗਿਆ ਭਾਈ, ਇਹਨੂੰ ਤਾਂ ਦੇਣਾ ਪੈਣਾ ਹੈ, ਖੋਲ੍ਹਣਾ ਪੈਣਾ ਦਰ। ਜਿਸ ਨਾਮ ਦੇ ਸੋਈ ਜਨ ਪਾਏ, ਗੁਰਮੁਖੇ ਮੇਲੇ ਆਪ ਗਵਾਏ। ਲਓ ਫਿਰ ਦੇਖ ਲਓ, ਅੱਜ ਤਾਂ ਜਿਹੜਾ ਹੈ ਨਾ ਮਾਲਕ ਬਹੁਤ ਟੁੱਟ ਕੇ ਬੋਲ ਰਿਹਾ ਭਾਈ। ਅੱਜ ਤਾਂ ਜਿਹੜਾ ਹੈਗਾ ਨਾ ਇਹ ਆਪ ਵਰਡ ਖੋਲ੍ਹਿਆ ਹੈ। ਜਿਸ ਨਾਮ ਦੇ ਸੋਈ ਜਨ ਪਾਏ,
ਗੁਰਮੁਖੇ ਮੇਲੇ ਆਪ ਗਵਾਏ। ਕਹਿੰਦੇ ਆਪਣੇ ਆਪ ਆਪਣਾ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਮੈਂ ਮੇਰੀ ਜਿਹੜੀ ਹੈਗੀ ਆਪਾਂ ਇਹ ਭਗਤੀ ਦੇ ਰਸਤੇ ਤੇ ਤਾਂ ਬਹੁਤ ਜ਼ਿਆਦਾ ਆਪ ਆ ਜਾਂਦਾ ਹੈ ਭਾਈ। ਜਿਸ ਨਾਮ ਦੇ ਸੋਈ ਜਨ ਪਾਏ ਗੁਰਮੁਖ। ਆਖਰੀ ਜਿਹੜੀ ਇਹੀ ਚੀਜ਼ ਹੈ ਜਿਹਨੂੰ ਆਪਾਂ ਨੇ ਖਤਮ ਕਰਨਾ ਹੈ। ਆਪ ਹੀ ਜਿਹੜੀ ਹੈਗੀ ਆ ਆਪਣੇ ਆਪ ਨੂੰ ਜਿਹੜਾ ਸ਼ਟ ਡਾਊਨ ਕਰਨਾ ਬਹੁਤ ਔਖਾ ਕੰਮ ਹੈ। ਔਰ ਹੈ ਸੌਖਾ ਜੇ ਧਿਆਨ ਸਿਮਰਨ ਦੇ ਵਿੱਚ ਜਿਹੜਾ ਚੁੱਪ ਹੋ ਜਾਓ, ਬਸ ਬਿਲਕੁਲ ਆਪਣੇ ਆਪ ਨੂੰ ਬਿਲਕੁਲ ਬੰਦ ਕਰ ਦਿਓ ਵੀ ਮੈਂ ਕੁਛ ਨਹੀਂ, ਨਾ ਮੈਂ ਕੁਛ ਨਹੀਂ ਕਰ ਸਕਦਾ, ਨਾ ਕਰ ਰਿਹਾ। ਬਸ ਉਸੇ ਵੇਲੇ ਅੰਦਰ ਉਹ ਪ੍ਰਗਟ ਹੋ ਜਾਏਗਾ, ਸ਼ਬਦ ਚੱਲ ਪਏਗਾ ਉਸੇ ਅੰਦਰ ਵਿਚਾਰ ਬੰਦ ਹੋ ਜਾਣਗੇ। ਬਿਲਕੁਲ ਪ੍ਰੈਕਟੀਕਲ ਹੈਗਾ ਭਾਈ, ਕਰਕੇ ਦੇਖ ਲਓ। ਜਿਸ ਨਾਮ ਦੇ ਸੋਈ ਜਨ ਪਾਏ ਗੁਰਮੁਖੇ ਮੇਲੇ ਆਪ ਗਵਾਏ। ਹਿਰਦੇ ਸਾਚਾ ਨਾਮ ਵਸਾਏ। ਲਓ ਹਿਰਦੇ 'ਚ ਵਸ ਗਿਆ। ਇਸ ਤਰ੍ਹਾਂ ਵਸਣਾ ਹੈ ਭਾਈ। ਜਦ ਆਪਾਂ ਆਪਣੀ ਉੱਥੇ ਕਾਰਵਾਈ ਚੱਲ ਰਹੀ, ਆਪਣਾ ਆਪ ਉੱਥੇ ਆਪਾਂ ਲੱਗੇ ਹੋਏ ਆ ਭਾਈ, ਕਿੱਥੇ ਵਸੂਗਾ? ਜਗ੍ਹਾ ਹੀ ਕਿੱਥੇ ਹੈਗੀ ਉੱਥੇ? ਜਦ ਆਪਣੇ ਆਪ ਨੂੰ ਆਪਾਂ ਨੇ ਸੰਕੋਚ ਲਿਆ ਤੇ ਬਾਕੀ ਤਾਂ ਰਹੇਗੀ, ਨਾਮ ਹੀ ਰਹਿ ਗਿਆ। ਬਾਕੀ ਤਾਂ ਰਹਿ ਗਿਆ ਆ ਸੱਚਾ ਹੀ ਰਹਿ ਗਿਆ, ਨਾਮ ਹੀ ਰਹਿ ਗਿਆ ਅੰਦਰ। ਉਸੇ ਵੇਲੇ ਅਨੰਤ ਸ਼ਬਦ ਆਟੋਮੈਟਿਕਲੀ ਸਾਰੀ ਕਾਰਵਾਈ ਹੋਣੀ ਸ਼ੁਰੂ ਹੋ ਜਾਏਗੀ। ਜਿਸ ਨਾਮ ਦੇ ਸੋਈ ਜਨ ਪਾਏ ਗੁਰਮੁਖੇ ਮੇਲੇ ਆਪ ਗਵਾਏ। ਹਿਰਦੇ ਸਾਚਾ ਨਾਮ ਵਸਾਏ। ਨਾਨਕ ਸਹਿਜੇ ਸਾਚ ਸਮਾਏ। ਆਇਆ ਸਹਿਜ ਅਵਸਥਾ ਪਾਏ, ਸੱਚ ਦੇ ਵਿੱਚ ਸਮਾ ਜਾਵਾਂਗੇ। ਗੜਬੜੀ ਤਾਂ ਆਪਾਂ ਹੀ ਕਰ ਰਹੇ ਹਾਂ, ਗੜਬੜ ਤਾਂ ਆਪਣੇ ਵਿਚਾਰ ਤਾਂ ਆਪਣੇ ਹੀ ਚੱਲ ਰਹੇ ਆ। ਇੱਕ ਸ਼ਬਦ ਆਖਰੀ ਹੋਰ ਲੈ ਲਈਏ। ਮਾਲਕ ਤੁਠਿਆ ਹੈ। ਗੌੜੀ ਮਹਲਾ ਤੀਜਾ। ਮਨ ਹੀ ਮਨ ਸਵਾਰਿਆ ਭੈ ਸਹਿਜ ਸੁਭਾਏ। ਦੇਖ ਲਓ ਭਾਈ, ਮਨ ਨੇ ਮਨ ਨੂੰ ਸਵਾਰ ਦੇਣਾ ਹੈ। ਮਨ ਹੀ ਮਨ ਸਵਾਰਿਆ। ਆ ਮਨ ਜਿਹੜਾ ਬਾਹਰ ਜਾ ਰਿਹਾ, ਪ੍ਰਾਣ ਸ਼ਕਤੀ ਬਾਹਰ ਜਾ ਰਹੀ ਸੀ। ਮਨ ਜਿਹੜਾ ਹੈਗਾ ਪਦਾਰਥਾਂ ਦੇ ਵਿੱਚ ਜਿਹੜਾ ਹੈਗਾ ਇਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੇ ਥਰੂ ਜਿਹੜਾ ਹੈਗਾ ਲੱਗਿਆ ਹੋਇਆ ਸੀਗਾ। ਬਸ ਇਹ ਵੀ ਆ ਗਿਆ ਇੱਧਰ। ਮਨ ਹੀ ਮਨ ਸਵਾਰਿਆ। ਉਹ ਜਿਹੜਾ ਫੀਬਲ ਆਵਾਜ਼ ਸੀਗੀ, ਪੂਰਾ ਚਾਰਜ ਇਹਦੇ ਕੋਲ ਆ ਗਿਆ, ਉਹਦਾ ਚਾਰਜ ਲੈ ਲਿਆ ਪੂਰਾ ਦਾ ਪੂਰਾ। ਮਨ ਹੀ ਮਨ ਸਵਾਰਿਆ। ਕਿਵੇਂ? ਪੈ, ਮਾਲਕ ਦੇ ਪੈ, ਸ਼ਬਦ ਦਾ ਪੈ। ਸਹਿਜ ਸੁਭਾਏ। ਸੁਭਾਏ ਮਤਲਬ ਪਿਆਰ। ਸਹਿਜ ਦੇ ਨਾਲ, ਸਹਿਜ ਅਵਸਥਾ ਦੇ ਵਿੱਚ ਵਿਚਾਰ ਬੰਦ ਹੋ ਗਏ। ਆ ਸਵਾਰਿਆ ਗਿਆ ਮਨ। ਹੁਣ ਮਨ ਕੋਈ ਡਿਮਾਂਡ ਨਹੀਂ ਕਰਦਾ। ਦੇਖਦਾ ਹੈ ਰੂਪ ਹੈਗਾ, ਦੇਖਦਾ ਹੈ ਪਦਾਰਥ ਹੈਗੇ, ਦੇਖਦਾ ਹੈ ਸਵਾਦ ਹੈਗੇ, ਨਹੀਂ ਕੋਈ ਡਿਮਾਂਡ ਨਹੀਂ। ਮਨ ਹੀ ਮਨ ਸਵਾਰਿਆ ਭੈ ਸਹਿਜ ਸੁਭਾਏ। ਸ਼ਬਦੇ ਮਨ ਰੰਗਿਆ ਲਿਵ ਲਾਏ। ਆਇਆ ਪਾਏ, ਸ਼ਬਦ ਦੇ ਦੁਆਰਾ ਮਨ ਰੰਗਿਆ ਗਿਆ, ਲਿਵ ਲੱਗ ਗਈ। ਔਰ ਐਸਾ ਰੰਗ ਰੰਗਿਆ ਗਿਆ ਕਿ ਬਸ ਫਿਰ ਇਹ ਰੰਗ ਦੇ ਉੱਤੇ ਹੋਰ ਕੋਈ ਰੰਗ ਚੜ੍ਹ ਹੀ ਨਹੀਂ ਸਕਦਾ। ਪੱਕਾ ਰੰਗ ਜਿਹੜਾ ਹੈਗਾ ਰੱਪਿਆ ਗਿਆ, ਲਿਵ ਲੱਗ ਗਈ। ਮਨ ਹੀ ਮਨ ਸਵਾਰਿਆ ਭੈ ਸਹਿਜ ਸੁਭਾਏ। ਸ਼ਬਦੇ ਮਨ ਰੰਗਿਆ ਲਿਵ ਲਾਏ। ਨਿਜ ਕਰ ਵਸਿਆ ਪ੍ਰਭ ਕੀ ਰਜਾਏ। ਲਓ ਦੇਖ ਲਓ ਭਾਈ, ਆਹੀ ਪ੍ਰਭੂ ਦੀ ਰਜਾ ਹੈਗੀ। ਪ੍ਰਭੂ ਦੀ ਰਜਾ ਹੈਗੀ। ਨਿਜ ਘਰ ਦੇ ਵਿੱਚ ਚੌਥੇ ਪਦ ਦੇ ਵਿੱਚ ਪਹੁੰਚ ਗਿਆ। ਇਹ ਵਿਚਾਰ ਹੀ ਤਾਂ ਹੈਗੇ ਜਿਹੜੇ ਹੈਗੇ ਆਪਣੇ, ਇਹੀ ਤਾਂ ਰੁਕਾਵਟ ਹੈਗੀ। ਆਪਾਂ ਹੀ ਰੁਕਾਵਟ ਹੈਗੇ ਆ ਭਾਈ। ਆਪਾਂ ਪਾਸੇ ਹੋਣਾ ਹੈ ਬਸ, ਆਪਾਂ ਹੀ ਰੁਕਾਵਟ ਹੈਗੇ ਆ। ਨਿਜ ਕਰ ਵਸਿਆ ਪ੍ਰਭ ਕੀ ਰਜਾਏ। ਸਤਿਗੁਰ ਸੇਵਾ ਜਾਏ ਅਭਿਮਾਨ। ਆਹੀ ਸੇਵਾ ਹੈ ਭਾਈ, ਇਹਦੇ ਨਾਲ ਹੀ ਅਭਿਮਾਨ ਜਾਣਾ ਹੈ। ਰੋਜ਼ ਬੈਠਣਾ ਹੈ। ਗੋਵਿੰਦ ਪਾਈਏ ਗੁਣੀ ਨਿਦਾਨ। ਬਸ ਅਭਿਮਾਨ ਚਲਾ ਗਿਆ, ਆਪ ਪਾਸੇ ਹੋ ਗਏ ਤੇ ਗੋਬਿੰਦ ਰਹਿ ਗਿਆ। ਫਿਰ ਉਹ ਗੁਣਾਂ ਦਾ ਖਜ਼ਾਨਾ ਰਹਿ ਗਿਆ। ਗੋਬਿੰਦ ਪਾਈਏ ਗੁਣੀ ਨਿਦਾਨ। ਰਹਾਓ ਮਨ ਬੈਰਾਗੀ ਜਾਂ ਸ਼ਬਦ ਦੇ ਪਾਉ ਖਾਏ। ਬੈਰਾਗ ਪੈਦਾ ਹੋਣਾ ਹੈ ਜੇ ਆ ਸ਼ਬਦ ਦਾ ਪਾਉ ਖਾਵਾਂਗੇ। ਸ਼ਬਦ ਦਾ ਡਰ। ਆ ਗੁਰੂ ਦੀ ਮੱਤ, ਗੁਰੂ ਦੀ ਮੱਤ ਇਹ ਵੀ ਸ਼ਬਦ ਹੈਗੇ। ਇਹ ਗੁਰੂ ਦੀ ਮੱਤ ਜੋ ਆਪਾਂ ਨੂੰ ਆ ਦੇਖੋ ਚੌਕਸ ਕਰ ਰਹੀ ਹੈ ਵੀ ਅੱਜ ਤੇਰਾ ਚਾਂਸ ਚਲੇ ਜਾਣਾ ਹੈ। ਤੂੰ ਹਾਲੇ ਤੂੰ ਤਾਂ ਇੰਨਾ ਗਵਾ ਲਿਆ ਆਪਣਾ, ਤੇਰੇ ਕੋਲ ਤਾਂ ਸਮਾਂ ਹੀ ਥੋੜ੍ਹਾ ਰਹਿ ਗਿਆ। ਆਪ ਹੈਗਾ ਭਾਈ। ਮਨ ਬੈਰਾਗੀ, ਬੈਰਾਗ ਪੈਦਾ ਹੋ ਜਾਏਗਾ। ਦੁਨੀਆ ਤੋਂ ਜਿਹੜਾ ਹੈਗਾ, ਪਦਾਰਥਾਂ ਤੋਂ ਜਿਹੜਾ ਹੈਗਾ ਸੰਕੋਚ ਕਰੇਗਾ ਇਨਸਾਨ, ਠਾਕੇਗਾ ਆਪਣੇ ਮਨ ਨੂੰ। ਮਨ ਬੈਰਾਗੀ ਜਾਂ ਸ਼ਬਦ ਦੇ ਪਾਉ ਖਾਏ। ਮੇਰਾ ਪ੍ਰਭ ਨਿਰਮਲਾ ਸਭ ਤੇ ਰਹਿ ਸਮਾਏ। ਮਾਲਕ ਪਰਮਾਤਮਾ ਦਾ ਇੱਕ ਦੇ ਵਿੱਚ ਨਿਰਮਲ ਹੈਗਾ ਭਾਈ। ਆਪਾਂ ਨੇ ਨਿਰਮਲ ਹੋਣਾ ਹੈ। ਆਹੀ ਇੱਕ ਤਰੀਕਾ ਹੈਗਾ।
ਨਿਰਮਲ ਹੋਣ ਦਾ ਤਰੀਕਾ ਭਾਈ ਆਹੀ ਹੈ, ਨਾਮ ਦੇ ਦੁਆਰਾ ਨਿਰਮਲ ਹੋਣਾ ਹੈ। ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਓ ਤੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਮੈ ਕੇ ਰੰਗ। ਆਇਆ ਨਿਰਮਲ ਭਾਈ, ਮਤ ਭਰੀ ਹੋਈ ਹੈ ਪਾਪਾਂ ਦੇ ਨਾਲ। ਮੇਰਾ ਪ੍ਰਭ ਨਿਰਮਲਾ ਸਭ ਤੇ ਰਹਾ ਸਮਾਏ, ਗੁਰ ਕਿਰਪਾ ਤੇ ਮਿਲੈ ਮਿਲਾਏ। ਗੁਰੂ ਦੀ ਕਿਰਪਾ ਤੇ ਉਹਨੇ ਮਿਲਣਾ ਹੈ, ਉਹ ਵੀ ਉਹਨੇ ਆਪ ਮਿਲਾਉਣਾ ਹੈ। ਹਰ ਦਾਸਨ ਕੋ ਦਾਸ ਸੁਖ ਪਾਏ, ਹਰ ਦਾਸਨ ਕੋ ਦਾਸ ਸੁਖ ਪਾਏ। ਪਰਮੇਸ਼ਰ ਦੇ ਦਾਸ ਜਿਹੜੇ ਧਿਆਨ ਸਿਮਰਨ ਕਰ ਰਹੇ ਆ, ਉਹਨਾਂ ਦਾ ਦਾਸ ਹੋਣਾ ਹੈ ਭਾਈ, ਤੇ ਸੁਖੀ ਹੋ ਜਾਵਾਂਗੇ ਆਪਾਂ। ਮੇਰਾ ਹਰ ਪ੍ਰਭ ਇਨ ਬਿਦ ਪਾਇਆ ਜਾਏ, ਆਹ ਤਰੀਕਾ ਹੈ ਭਾਈ। ਸੰਗਤ ਕਰੋ, ਆਪਾਂ ਸੰਗਤ ਹੀ ਨਹੀਂ ਕਰਾਂਗੇ, ਭਾਵੇਂ ਆ ਗੁਰਬਾਣੀ ਦੀ ਸੰਗਤ ਕਰੀਏ ਜਾਂ ਜੇ ਧਿਆਨ ਸਿਮਰਨ ਕਰਨ ਵਾਲੇ ਜਿਹੜੇ ਹੈਗੇ ਉਹਨਾਂ ਦੀ ਸੰਗਤ ਕਰੀਏ। ਜੇ ਸੰਗਤ ਹੀ ਨਹੀਂ ਕਰਾਂਗੇ ਤੇ ਆਪਾਂ ਕਿਸ ਤਰੀਕੇ ਦੇ ਨਾਲ ਦਾਸਾਂ ਦੇ ਦਾਸ ਹੋਵਾਂਗੇ ਭਾਈ। ਹਰ ਦਾਸਨ ਦਾਸ ਹੀ ਨਹੀਂ ਹੈਗੇ ਤੇ ਕਿਵੇਂ, ਪਰਮੇਸ਼ਰ ਦੇ ਦਾਸ ਹੀ ਨਹੀਂ ਆਪਣੇ ਕੋਲ, ਤੇ ਆਪਾਂ ਕਿਵੇਂ ਉਹਨਾਂ ਦਾ ਦਾਸ ਬਣ ਜਾਵਾਂਗੇ। ਆ ਸਾਰੀ ਬਾਣੀ ਦਾਸਤ ਭਾਵ ਦੇ ਨਾਲ ਲਿਖੀ ਗਈ ਹੈ ਭਾਈ। ਹਰ ਦਾਸਨ ਕੋ ਦਾਸ। ਦੇਖੋ ਮਹਾਰਾਜ ਬਾਣੀ ਬਾਰ-ਬਾਰ ਕਹਿੰਦੇ ਹਮ ਕੂਕਰ ਤੇਰੇ ਦਰਬਾਰ। ਫਿਰ ਜਿਹੜੇ ਹੈ ਮਹਾਰਾਜ ਜਿਹੜੇ ਹੈਗੇ ਹਉ ਲਾਲਾ ਗੋਲਾ ਤੁਧ। ਹਰ ਦਾਸਨ ਕੋ ਦਾਸ ਸੁਖ ਪਾਏ, ਮੇਰਾ ਹਰ ਪ੍ਰਭ ਇਨ ਬਿਦ ਪਾਇਆ ਜਾਏ। ਹਰ ਕਿਰਪਾ ਤੇ ਰਾਮ ਗੁਣ ਗਾਏ। ਪਰਮਾਤਮਾ ਦੀ ਕਿਰਪਾ ਤੇ ਨਾਲ ਰਾਮ ਦੇ ਗੁਣ ਗਾਉਣੇ ਆ। ਪਰਮਾਤਮਾ ਨੇ ਕਿਰਪਾ ਕਰਨੀ। ਪਰਮਾਤਮਾ ਕਹਿੰਦਾ ਤੂੰ ਜਿਹੜਾ ਚੁੱਪ ਹੋ ਜਾ ਬਸ, ਤੇ ਗੁਣ ਆਪਣੇ ਆਪ ਹੀ ਗਾਏ ਜਾਣੇ ਤੇਰੇ ਕੋਲੋਂ। ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲਗੇ ਪਿਆਰ। ਕਹਿੰਦੇ ਤਿਕਾਰ ਐਸੇ ਜੀਵਨ ਦੇ, ਮਨੁੱਖੀ ਜੀਵਨ ਲੈ ਕੇ ਤੂੰ ਕਰ ਕੀ ਰਿਹਾ, ਕੀਤਾ ਕੀ ਹੈਗਾ। ਤੇ ਨਾਮ ਦੇ ਨਾਲ ਤਾਂ ਤੇਰੀ ਖਿੱਚ ਹੀ ਨਹੀਂ ਬਣੀ, ਤੂੰ ਨਾਮ ਵਾਲੇ ਪਾਸੇ ਤਾਂ ਤੁਰਨਾ ਹੀ ਨਹੀਂ ਸ਼ੁਰੂ ਕੀਤਾ। ਤੇਰਾ ਪਿਆਰ ਹੀ ਨਹੀਂ ਪਿਆ ਨਾਮ ਦੇ ਨਾਲ, ਵੀ ਆਹ ਚੀਜ਼ ਚਾਹੀਦੀ ਆ, ਟਾਰਗੇਟ ਆ ਮੇਰਾ, ਆਹ ਚੀਜ਼ ਚਾਹੀਦੀ ਆ, ਸਭ ਤੋਂ ਕੀਮਤੀ ਚੀਜ਼ ਹੈਗੀ, ਮੈਂ ਇਹਨੂੰ ਲੈਣਾ ਹੈ। ਤ੍ਰਿਗ ਸੇਜ ਸੁਖਾਲੀ ਕਾਮਣ ਮੋਹ ਗੁਬਾਰ। ਤਿਕਾਰਿਆ ਤੇਰੀ ਜਿਹੜੀ ਹੈਗੀ ਸੇਜਾਂ ਦੇ ਉੱਤੇ, ਸੁੱਖਾਂ ਦੇ ਉੱਤੇ, ਔਰ ਇਸਤਰੀ ਸੁੱਖ ਦੇ ਉੱਤੇ ਜਿਹੜਾ ਹੈਗਾ ਮੋਹ ਦੇ ਵਿੱਚ, ਗੁਬਾਰ ਦੇ ਵਿੱਚ, ਧੋਖੇ ਦੇ ਵਿੱਚ, ਟਰੈਪ ਦੇ ਵਿੱਚ ਫਸੇ। ਤੇ ਤਿੰਨ ਸਫਲ ਜਨਮ ਜਿਨ ਨਾਮ ਆਧਾਰ। ਉਹਨਾਂ ਦਾ ਸਫਲ ਜਨਮ ਹੈ ਪਾਏ ਜਿਨ੍ਹਾਂ ਦਾ ਆਧਾਰ ਨਾਮ ਹੈ। ਆਧਾਰ ਨਾਮ ਕੀ ਹੋਇਆ? ਜਿਨ੍ਹਾਂ ਨੇ ਨਾਮ ਦੇ ਵੱਲ ਹੀ ਜਾਣਾ ਹੈ, ਨਾਮ ਦੇ ਵਾਸਤੇ ਹੀ ਜਿਨ੍ਹਾਂ ਨੇ ਜਿਹੜਾ ਹੈਗਾ ਹਰ ਟਾਈਮ ਨਾਮ ਦੇ ਵਾਸਤੇ ਜਿਹੜਾ ਹੈਗਾ ਉਸ ਪਾਸੇ ਨੂੰ ਤੁਰਨਾ ਹੈ, ਲਿਵ ਵਾਲੇ ਰਸਤੇ 'ਤੇ ਤੁਰਨਾ ਹੈ। ਲਿਵ ਵਾਲਾ ਰਸਤਾ ਹੈ ਨਾਮ ਆਧਾਰ, ਵੀ ਨਾਮ ਆਹ ਚਾਹੀਦਾ ਮੈਨੂੰ ਤਾਂ ਅੰਮ੍ਰਿਤ ਰਸ, ਮੈਂ ਤਾਂ ਜਿਹੜਾ ਚੌਥੇ ਪਦ 'ਚ ਜਾਣਾ। ਤਿੰਨ ਸਫਲ ਜਨਮ ਜਿਨ ਨਾਮ ਆਧਾਰ। ਔਰ ਕਾਰਵਾਈ ਕੀ ਕਰਨੀ ਹੈ? ਕਾਰਵਾਈ ਕਰਨੀ ਹੈ, ਅੰਦਰ ਵੜਨਾ ਹੈ ਭਾਈ। ਸਵੇਰੇ ਸ਼ਾਮ 2 ਟਾਈਮ ਕਾਰਵਾਈ ਕਰੋ। ਰਾਤ ਨੂੰ ਸੁੱਤੇ ਹੋਏ ਆ, ਪੂਰੀ ਨੀਂਦ ਲੈ ਰਹੀ ਹੈ, ਉੱਠ ਜਾਓ, ਉੱਠ ਕੇ ਬਸ ਬੈਠ ਜਾਓ, ਥਿਰ ਕਰਕੇ ਬੈਠ ਜਾਓ, ਬਸ ਆਪਣੇ ਆਪ ਨੂੰ ਸ਼ਟ ਕਰ ਦਿਓ, ਕਿਉਂਕਿ ਸ਼ਬਦ ਤਾਂ ਅੰਦਰ ਚੱਲਣਾ ਆ। ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ, ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ ਸੋਏ। ਕਹਿੰਦੇ ਉਹੀ ਮਿੱਤਰ ਹੈ ਭਾਈ, ਉਹਦੇ ਨਾਲ ਹੀ ਮਿੱਤਰਤਾ ਕਰ ਲਾ ਜਿਹੜਾ ਧਿਆਨ ਸਿਮਰਨ ਕਰਦਾ ਹੈ, ਉਸੇ ਨਾਲ ਮਿੱਤਰਤਾ ਰੱਖ। ਹਰ ਨਾਮ ਬਿਨਾ ਮੈਂ ਅਵਰ ਨਾ ਕੋਏ। ਦੇਖੋ ਕੀ ਕਹਿ ਰਹੀ ਤੀਸਰੀ ਪਾਤਸ਼ਾਹ, ਕਹਿੰਦੇ ਮੈਨੂੰ ਨਾਮ ਚਾਹੀਦਾ, ਮੈਨੂੰ ਨਾਮ ਪਦਾਰਥ, ਮੈਨੂੰ ਅੰਮ੍ਰਿਤ ਰਸ ਚਾਹੀਦਾ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਹਰ ਨਾਮ ਬਿਨਾ ਮੈਂ ਅਵਰ ਨਾ ਕੋਏ। ਸਤਿਗੁਰ ਤੇ ਹਮ ਗਤ ਪਤ ਪਾਈ। ਸਤਿਗੁਰੂ ਤੋਂ ਪਾਏ ਇਹ ਬ੍ਰਹਮ ਗਿਆਨ ਤੋਂ ਉੱਚੀ ਅਵਸਥਾ ਔਰ ਲੋਕ ਪਰਲੋਕ ਦੇ ਵਿੱਚ ਇੱਜ਼ਤ ਮਿਲਣੀ ਹੈ। ਸਤਿਗੁਰ ਤੇ ਹਮ ਗਤ ਪਤ ਪਾਏ। ਹਰ ਨਾਮ ਤੇ ਆਇਆ। ਨਾਮ ਤੇ ਆਉਣਾ ਕੀ ਆ? ਧਿਆਨ ਲੱਗਿਆ ਹੋਇਆ ਵੀ ਆਹ ਚੀਜ਼ ਚਾਹੀਦੀ ਹੈ ਮੈਨੂੰ, ਮਾਲਕ ਦੇ ਨਾਲ ਧਿਆਨ ਹੈ, ਤੂੰ ਦੇਣਾ ਹੈ। ਹਰ ਨਾਮ ਤੇ ਆਇਆ, ਦੁੱਖ ਸਗਲ ਮਿਟਾਈ। ਸਾਰੇ ਦੁੱਖ ਮਿਟ ਜਾਂਦੇ ਆ। ਦੁੱਖ ਕਾਹਦੇ? ਜਿਹੜੇ ਇਨਸਾਨ ਨੂੰ ਪਤਾ ਹੈ ਵੀ ਮੈਂ ਆਹ ਟਾਰਗੇਟ ਤੇ ਜਾਣਾ, ਦੁੱਖ ਤਾਂ ਜਿਹੜੇ ਹੈਗਾ ਉਹ ਧਿਆਨ ਹੀ ਨਹੀਂ ਕਰਦਾ ਦੁੱਖ ਤੇ ਸੁੱਖ ਵੱਲ। ਸਤਿਗੁਰ ਤੇ ਹਮ ਗਤ ਪਤ ਪਾਏ। ਔਰ ਜਿਹੜਾ ਹੈਗਾ ਮਾਲਕ ਜਿਹੜਾ ਹੈਗਾ, ਜਿਹੜਾ ਇਨਸਾਨ ਜਿਸ ਵਾਸਤੇ ਮਾਲਕ ਨੇ ਸਾਰੀ ਦੁਨੀਆ, ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਆ, ਜਿਹੜਾ ਇਨਸਾਨ ਉਸ ਦੀ ਡਿਮਾਂਡ ਕਰ ਲਈ ਜਿਹਨੇ, ਉਹ ਤਾਂ ਮਾਲਕ ਫਿਰ ਜਿਹੜਾ ਹੈਗਾ ਆਟੋਮੈਟਿਕਲੀ ਮਾਲਕ ਜਿਹੜਾ ਹੈਗਾ
ਉਹਨੂੰ ਜਿਹੜਾ ਹੈਗਾ ਸਹਾਇਤਾ ਕਰਨ ਲੱਗ ਪੈਂਦਾ। ਸਤਿਗੁਰ ਤੇ ਹਮ ਗਤ ਪਰ ਮਾਲਕ ਦੇ ਜਿਹੜੇ ਟੈਸਟ ਹੈਗੇ ਉਹ ਟੈਸਟ ਬਰਕਰਾਰ ਹੈਗੇ। ਟੈਸਟ ਹੋਣੇ ਆ, ਆਪਣੇ ਪਰਚੇ ਹੋਣੇ ਪਾਉਣੇ ਆ ਰੋਜ਼। ਤੁਹਾਡੇ ਜਿਹੜੇ ਪਰਿਵਾਰ ਦੇ ਵਿੱਚ, ਘਰ ਗ੍ਰਸਤੀ ਦੇ ਵਿੱਚ, ਬਾਹਰ ਸਾਰੀ ਜਗ੍ਹਾ 'ਤੇ ਪਰਚੇ ਪੈਣੇ ਆ ਆਪਣੇ। ਪਾਸ ਹੋਵਾਂਗੇ ਤੇ ਸਟੈਪ ਅਪ ਕਰੀ ਜਾਊਗਾ। ਸਤਿਗੁਰ ਤੇ ਹਮ ਗਤ ਪਤ ਪਾਏ, ਹਰ ਨਾਮ ਤੇ ਆਇਆ, ਦੁੱਖ ਸਗਲ ਮਿਟਾਏ। ਨਾਮ ਨਾਲ ਧਿਆਉਣਾ ਕਰ ਲਿਆ, ਧਿਆਨ ਨਾਮ ਦਾ ਕਰ ਲਿਆ, ਸਾਰੇ ਦੁੱਖ ਜਿਹੜੇ ਹੈਗੇ ਮਿਟ ਜਾਂਦੇ ਆ ਭਾਈ। ਸਦਾ ਆਨੰਦ ਹਰ ਨਾਮ ਹੈ ਲਿਵ ਲਾਈ। ਲਿਵ ਲੱਗ ਗਈ ਕਹਿੰਦੇ ਨਾਮ ਦੇ ਵਿੱਚ, ਆਨੰਦ ਹੀ ਆਨੰਦ ਹਮੇਸ਼ਾ ਵਾਸਤੇ ਹੋ ਗਿਆ। ਸਦਾ ਆਨੰਦ। ਜਿਹੜਾ ਦੁੱਖ ਤਾਂ ਦੁੱਖ ਕੀ ਹੈ, ਆਨੰਦ ਤੋਂ ਉਲਟਾ ਕਿ ਦੁੱਖ ਹੈ। ਦੁੱਖ ਕੀ ਹੈ? ਦੁੱਖ ਹੈਗੇ ਆਪਣੇ ਵਿਚਾਰ। ਜਦ ਲਿਵ ਲੱਗ ਗਈ ਤੇ ਵਿਚਾਰ ਬੰਦ ਹੋ ਗਏ, ਫਿਰ ਕਾਹਦਾ ਦੁੱਖ ਹੈਗਾ। ਗੁਰ ਮਿਲੈ ਹਮਕੋ ਸਰੀਰ ਸੁੱਧ ਹੋਈ, ਸੁੱਧ ਭਈ। ਦੇਖ ਲਓ ਭਾਈ ਕੀ ਕਹਿ ਰਹੀ ਹੈ ਬਾਣੀ। ਕਹਿੰਦੇ ਪਤਾ ਹੀ ਨਹੀਂ ਸੀ ਮੈਨੂੰ ਵੀ ਮੈਂ ਮਨੁੱਖਾ ਜੂਨ, ਮੈਨੂੰ ਸਰੀਰ ਮਿਲਿਆ। ਮੈਂ ਤਾਂ ਇਹਨੂੰ ਭੋਗ ਵਿਲਾਸਾਂ 'ਚ ਊਂ ਉਡਾਈ ਜਾ ਰਿਹਾ ਸੀਗਾ, ਇਹਨੂੰ ਨਾਸ ਕਰੀ ਜਾ ਰਿਹਾ ਸੀਗਾ। ਕੋਈ ਨਵੀਂ ਗੱਡੀ ਲਈ ਕਿਸੇ ਨੇ ਔਰ 3-4 ਸਾਲ 5 ਸਾਲ 'ਚ ਖੜਕਾਤੀ ਪੂਰੀ ਦੀ ਪੂਰੀ। ਪੂਰਾ ਕਾਮ ਕ੍ਰੋਧ ਦੇ ਵਿੱਚ ਗਤੀ ਕਰ ਕਰਕੇ ਜਿਹੜਾ ਹੈਗਾ ਪੂਰਾ ਜਿਹੜਾ ਖੱਡਿਆਂ 'ਚ ਮਾਰ ਕੇ ਉਡਾਤੀ ਸਾਰੀ ਦੀ ਸਾਰੀ। ਗੁਰ ਮਿਲੈ ਹਮਕੋ ਸਰੀਰ ਸੁੱਧ ਭਈ। ਪਤਾ ਲੱਗਿਆ ਵੀ ਆਹ ਸਰੀਰ ਮਨੁੱਖਾ ਸਰੀਰ ਮਿਲਿਆ ਮੈਨੂੰ, ਇਹ ਤਾਂ ਇਸ ਕਾਰਵਾਈ ਵਾਸਤੇ ਮਿਲਿਆ, ਆਹ ਚੀਜ਼ ਚਾਹੀਦੀ ਆ। ਹੋਸ਼ ਆ ਗਿਆ। ਸੁੱਧ ਭਈ ਮਤਲਬ ਹੋਸ਼ ਆ ਗਿਆ ਵੀ ਕੰਮ ਆ ਕਰਨਾ ਹੈ। ਸ਼ਿਫਟ ਹੋ ਗਿਆ ਇਨਸਾਨ। ਗੁਰ ਮਿਲੈ ਹਮਕੋ ਸਰੀਰ ਸੁੱਧ ਭਈ, ਹਉਮੈ ਤ੍ਰਿਸ਼ਨਾ ਸਭ ਅਗਨ ਬੁਝਈ। ਕਹਿੰਦੇ ਹਉਮੈ ਦੀ ਤ੍ਰਿਸ਼ਨਾ, ਪਿਆਸ ਜਿਹੜੀ ਪਦਾਰਥਾਂ ਦੀ, ਔਰ ਹਉਮੈ ਆਪਣੇ ਆਪ ਜਿਹੜਾ ਸਾਰਾ ਅੱਗ ਬੁਝ ਗਈ ਪਾਈ। ਆਪਣੇ ਆਪ ਸ਼ਾਂਤ ਹੋ ਗਿਆ। ਮੇਰੀ ਖਤਮ ਹੋ ਗਈ। ਮੈਂ ਆਪਣੇ ਆਪ ਨੂੰ ਵਿਡਰਾ ਕਰ ਲਿਆ। ਹਉਮੈ ਤ੍ਰਿਸ਼ਨਾ ਸਭ ਅਗਨ ਬੁਝਈ, ਬਿਨ ਸੇ ਕ੍ਰੋਧ ਖਿਮਾ ਗਹਿ ਲਈ। ਲਓ ਕ੍ਰੋਧ ਖਤਮ ਹੋ ਗਿਆ, ਖਿਮਾ ਆ ਗਈ। ਜਿਹਨੇ ਖਿਮਾ ਦਾ ਗਹਿਣਾ ਫੜ ਲਿਆ ਉਹਨੇ ਸਾਰਿਆਂ ਨੂੰ ਮਾਫ ਕਰ ਦੇਣਾ। ਜੇ ਨਹੀਂ ਮਾਫ ਕਰਾਂਗੇ ਤੇ ਆਪਣੇ ਅੰਦਰ ਵਿਚਾਰ ਚੱਲਦੇ ਰਹਿਣਗੇ ਭਾਈ। ਨੈਗੇਟਿਵਿਟੀ ਆਈ ਜਾਊਗੀ, ਆਪਾਂ ਨੂੰ ਜਿਹੜੀ ਹੈਗੀ ਛਲਣੀ ਕਰੀ ਜਾਊਗੀ। ਜਿਵੇਂ ਕੋਈ ਚਾਕੂ ਦੇ ਨਾਲ ਕੁਰੇਦਾ, ਐਵੇਂ ਜਿਹੜਾ ਆਪਾਂ ਨੂੰ ਆਪਣੇ ਸਰੀਰ ਨੂੰ ਨਾਸ ਕਰੀ ਜਾਊਗੀ। ਬਿਨ ਸੇ ਕ੍ਰੋਧ, ਕਿਵੇਂ ਕ੍ਰੋਧ ਬਿਨਸਿਆ? ਖਿਮਾ ਗਹਿ ਲਈ, ਆਹ ਗੁਣ ਫੜ ਲਿਆ। ਹਰੇ ਆਪੇ ਕਿਰਪਾ ਕਰੇ ਨਾਮ ਦੇਵੈ। ਮਾਲਕ ਨੇ ਕਿਰਪਾ ਕਰਨੀ ਹੈ, ਨਾਮ ਦੇਣਾ ਮਾਲਕ ਨੇ ਆ ਪਾਏ। ਦਾਤ ਤਾਂ ਮਾਲਕ ਨੇ ਦੇਣੀ ਆ, ਆਪਾਂ ਤਾਂ ਚੁੱਪ ਹੋਣਾ ਹੈ, ਬਸ ਬੈਠਣਾ ਹੈ ਬਸ। ਉਹ ਹੈ ਨਾ ਜਿਹੜਾ ਕੋਈ ਜਾਂਦਾ ਹੈ, ਕੋਈ ਮੰਗਤਾ ਜਿਹੜਾ ਹੈ ਮੰਗਦਾ ਹੈ ਅਲਗ ਨਿਰੰਜਨ ਦਰਵਾਜ਼ੇ 'ਤੇ। ਉਹ ਝਾੜੂ ਲਾ ਰਹੀ ਹੈ ਜਿਹੜੀ ਬੀਬੀ ਕੋਈ, ਅਤੇ ਕਹਿੰਦੀ ਜਾ ਬਾਬਾ ਜਾ, ਫਿਰ ਆਈ। ਫਿਰ ਥੋੜ੍ਹੀ ਦੇਰ ਅਲਗ ਨਿਰੰਜਨ ਬਾਬਾ ਜਾ, ਫਿਰ ਆਈ। ਤੀਜੀ ਵਾਰੀ ਫਿਰ ਉਹ ਥੋੜ੍ਹੀ ਦੇਰ ਬਾਅਦ ਫਿਰ ਚੁੱਪ ਹੋ ਜਾਂਦਾ। ਫਿਰ ਅਲਗ ਨਿਰੰਜਨ ਕਹਿੰਦੀ ਤੈਨੂੰ ਕਿਹਾ ਨਹੀਂ ਮੈਂ ਜਾ। ਅਤੇ ਅੰਦਰੋਂ ਤੇਰੀ ਉਹਦੀ ਸੱਸ ਕਹਿੰਦੀ ਦੇ ਦੇ ਬਾਬਾ, ਦੇ ਦੇ ਪਈ, ਇਹਨੂੰ ਦੇ ਦੇ, ਇਹਨੇ ਨਹੀਂ ਹਿੱਲਣਾ, ਮੈਨੂੰ ਪਤਾ ਹੈ ਇਹ ਹਿੱਲਦਾ ਨਹੀਂ ਇੱਥੋਂ, ਦੇ ਦੇ ਇਹਨੂੰ, ਪਾ ਦੇ ਕੁਛ। ਐਵੇਂ ਦਾ ਕਰਨਾ ਹੈ ਆਪਾਂ ਨੇ। ਹਰੇ ਆਪੇ ਕਿਰਪਾ ਕਰੇ ਨਾਮ ਦੇਵੈ, ਗੁਰਮੁਖੇ ਰਤਨ ਕੋ ਵਿਰਲਾ ਲੈਵੈ। ਆਹ ਰਤਨ ਹੈ ਭਾਈ ਗੁਰੂ ਦੇ ਰਾਹੀਂ। ਕੋਈ ਟਾਵਾਂ ਜਿਹੜਾ ਹੈਗਾ ਇਹਦੀ ਡਿਮਾਂਡ ਵਾਲਾ ਆਉਂਦਾ ਹੈ, ਲੋਕੀ ਤਾਂ ਡਿਮਾਂਡ ਹੀ ਨਹੀਂ ਕਰਦੇ। ਨਾਨਕ ਗੁਣ ਗਾਵੈ ਹਰ ਅਲਖ ਅਪੇਵੈ। ਆਹ ਗੁਣ ਗਾਉਣੇ ਆ ਭਾਈ ਉਸ ਅਲਖ ਦੇ, ਉਸ ਜਿਹਦਾ ਭੇਤ ਨਹੀਂ ਪਾਇਆ ਜਾਂਦਾ, ਜਿਹਦਾ ਭੇਉ ਨਹੀਂ ਪਤਾ, ਜਿਹਦੀ ਗਹਿਰਾਈ ਨਹੀਂ ਪਤਾ। ਉਹ ਅਲਖ ਜਿਹੜਾ ਇੰਦਰੀਆਂ ਤੋਂ ਜਿਹੜਾ ਅਪਹੁੰਚ ਹੈਗਾ, ਇੰਦਰੀਆਂ ਦੀ ਪਕੜ ਤੋਂ ਪਰੇ ਹੈਗਾ ਮਾਲਕ ਪਰਮਾਤਮਾ, ਇਸ ਤਰ੍ਹਾਂ ਪ੍ਰਗਟ ਹੋ ਜਾਂਦਾ ਭਾਈ। ਆਹ ਉਹਦੇ ਗੁਣ ਗਾਉਣੇ, ਆਹ ਉਹਦੀ ਭਗਤੀ ਹੈਗੀ। ਹਾਂ ਜੀ, 8 ਦੀਆਂ 8 ਅਸ਼ਟਪਦੀਆਂ ਪੂਰੀਆਂ ਹੋਈਆਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਰੇਸ਼ਮ ਜੀ ਦੇਖ ਲਓ ਕੁਛ ਮਤਲਬ ਆਪਾਂ ਅਚੀਵ ਕਰ ਪਾਏ ਕਿ ਨਹੀਂ? ਮਾਲਕ ਨੇ ਦੱਸਣ ਦੇ ਵਿੱਚ ਕੋਈ ਵੀਰ ਜੀਓ ਨਹੀਂ, ਅੱਜ ਤਾਂ ਮਾਲਾ ਮਾਲ ਕਰ ਦਿੱਤਾ। ਕੋਈ ਉਹ ਪੁੱਛਣ ਦੀ ਕੋਈ ਰਹੀ ਨਹੀਂ, ਇੰਨਾ ਗੁਰੂ ਮਿਹਰਬਾਨ ਹੋਇਆ। ਬਹੁਤ ਵਧੀਆ, ਤੁਹਾਡਾ ਧੰਨਵਾਦ ਵੀਰ ਜੀਓ। ਨਹੀਂ ਮਾਲਕ ਦੀ ਆ ਮਾਲਕ ਦਾ ਧੰਨਵਾਦ ਹੈ ਜੀ, ਜਿਹੜਾ ਬਸ ਇਸ ਕਰੀ ਜਾ ਰਿਹਾ, ਮਾਲਕ ਦਾਤ ਦੇਈ ਜਾ ਰਿਹਾ। ਬਸ ਆਪਾਂ ਤਾਂ ਜੀ ਖੀਵੇਂ ਹੋ ਕੇ ਬਸ ਲਈ ਜਾ ਰਹੇ। ਇਸੇ ਤਰੀਕੇ ਦੇ ਨਾਲ ਮਹਾਰਾਜ ਮਿਹਰ ਕਰੀ ਜਾਣ ਔਰ ਸੰਗਤ ਮਿਲਦੀ ਰਹੇ। ਸੰਗਤ ਦੇ ਵਿੱਚ ਜਿਹੜਾ ਹੈਗੇ ਆਪਾਂ ਵੀ ਜਿਹੜੇ ਹੈਗੇ ਆ ਸੰਗਤ ਦੀ ਰੋਡ ਦੇ ਵਿੱਚ ਰੁੜੇ ਜਾਈਏ, ਇਹੀ ਬੇਨਤੀ ਹੈਗੀ ਜੀ। ਕ੍ਰੋਧ ਦੇ ਵੀਰ ਜੀ ਹੈ ਨਾ, ਦੋ ਸਿਰੇ ਹੈ ਨਾ ਜੀ, ਇੱਕ ਸਿਰਾ ਕ੍ਰੋਧ ਹੈ, ਦੂਜਾ ਸਿਰਾ ਖਿਮਾ। ਵਾਹ ਜੀ ਵਾਹ, ਮਤਲਬ ਉਹਦੀ ਟ੍ਰਾਂਸਫਰਮੇਸ਼ਨ ਕਰਦੇ ਹਾਂ ਬਿਲਕੁਲ ਸਹੀ ਗੱਲ। ਹਾਂਜੀ ਬਿਲਕੁਲ। ਵਾਹਿਗੁਰੂ ਵਾਹਿਗੁਰੂ